ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਇਸ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਲਾਈਫ ਇੰਸ਼ੋਰੈਂਸ ਮੋਡਿਊਲ ਜਿਹੜਾ ਹੈਗਾ ਉਹਦੇ ਚੈਪਟਰ 3 ਦੀ ਗੱਲ ਕਰਾਂਗੇ। ਹੋਲ ਲਾਈਫ ਐਂਡ ਟਰਮ 100 ਇੰਸ਼ੋਰੈਂਸ। ਹੋਲ ਲਾਈਫ ਜਿਵੇਂ ਕਿ ਇਹਦੇ ਸਾਨੂੰ ਵਰਡ ਤੋਂ ਹੀ ਪਤਾ ਲੱਗਦਾ ਕਿ ਪੂਰੀ ਉਮਰ ਵਾਸਤੇ ਜਿਹੜੀ ਹੈ ਇੰਸ਼ੋਰੈਂਸ ਹੁੰਦੀ ਹੈ। ਉਹ ਇੰਸ਼ੋਰੈਂਸ ਜਿਹੜੀ ਕਿ ਬੰਦੇ ਦੇ ਮਰਨ ਤੱਕ ਜਿਹੜੀ ਹੈ ਚੱਲਦੀ ਹੈਗੀ, ਉਹਦੀ ਡੈਥ ਤੱਕ ਚੱਲਦੀ ਹੈ, ਉਹਨੂੰ ਆਪਾਂ ਹੋਲ ਲਾਈਫ ਇੰਸ਼ੋਰੈਂਸ ਕਹਿ ਦਿੰਦੇ ਹੈਗੇ ਹਾਂ। ਇੱਕ ਇਹਦੇ ਨਾਲ ਮਿਲਦੀ ਜੁਲਦੀ ਜਿਹੜੀ ਹੈ ਟਰਮ 100 ਇੰਸ਼ੋਰੈਂਸ ਹੁੰਦੀ ਹੈਗੀ ਆ। ਇਹ ਵੀ ਹੋਲ ਲਾਈਫ ਵਾਸਤੇ ਹੀ ਹੁੰਦੀ ਹੈਗੀ ਆ। ਅਤੇ ਹੋਲ ਲਾਈਫ ਅਤੇ ਟਰਮ 100 ਇੰਸ਼ੋਰੈਂਸ ਦੇ ਵਿੱਚ ਦੋਨਾਂ 'ਚ ਕੀ ਫ਼ਰਕ ਹੈਗਾ, ਜਿਵੇਂ ਜਿਵੇਂ ਆਪਾਂ ਚੈਪਟਰ ਅਗਲੇ ਕੁਛ ਮਿੰਟਾਂ ਦੇ ਵਿੱਚ ਇਹਨੂੰ ਵੇਖਾਂਗੇ ਚੈਪਟਰ ਨੂੰ, ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗ ਜਾਏਗਾ ਕਿ ਇਹਨਾਂ ਦੋਨਾਂ ਦਾ ਕੀ ਫ਼ਰਕ ਹੈਗਾ। ਪਰ ਹੁੰਦੀਆਂ ਇਸ ਦੋਨੋਂ ਜਿਹੜੀਆਂ ਹੋਲ ਲਾਈਫ ਹੋਵੇ ਜਾਂ ਟਰਮ 100, ਇਹ ਪੂਰੀ ਲਾਈਫ ਵਾਸਤੇ ਹੁੰਦੀਆਂ ਜਦੋਂ ਤੱਕ ਬੰਦੇ ਦੀ ਡੈਥ ਨਹੀਂ ਹੁੰਦੀ ਹੈਗੀ। ਅਤੇ ਜਦੋਂ ਵੀ ਅਸੀਂ ਕਿਸੇ ਕਲਾਇੰਟ ਨੂੰ ਇੰਸ਼ੋਰੈਂਸ ਦੇਣੀ ਹੈ ਤਾਂ ਉਹਦੇ ਵਿੱਚ ਸਾਨੂੰ ਇਹ ਦੇਖਣਾ ਪੈਂਦਾ ਕਿ ਉਹਦੀ ਫਾਈਨੈਂਸ਼ੀਅਲ ਜਿਹੜੀ ਨੀਡ ਹੈਗੀ ਆ, ਉਹਦੇ ਵਿੱਚ ਕਿਹੜਾ ਪ੍ਰੋਡਕਟ ਜਿਹੜਾ ਫਿੱਟ ਬਹਿੰਦਾ ਹੈਗਾ, ਅਤੇ ਦੂਸਰੀ ਕਿਸ ਤਰ੍ਹਾਂ ਦਾ ਕੰਟਰੈਕਟ ਜਿਹੜਾ ਹੈਗਾ ਕੀਤਾ ਜਾਵੇ ਕੰਪਨੀ ਦੇ ਨਾਲ ਅਤੇ ਉਸ ਪਾਲਿਸੀ ਹੋਲਡਰ ਦੇ ਨਾਲ, ਤਾਂ ਕਿ ਉਹਦੀ ਜਿਹੜੀ ਹੈ ਨੀਡ ਪੂਰੀ ਹੋ ਸਕੇ। ਹੋਲ ਲਾਈਫ ਐਂਡ ਟਰਮ 100 ਇੰਸ਼ੋਰੈਂਸ, ਜਿਵੇਂ ਮੈਂ ਪਹਿਲਾਂ ਕਿਹਾ ਗਿਆ ਕਿ ਹੋਲ ਲਾਈਫ ਹੈ, ਦੈਟ ਮੀਨਸ ਕਿ ਪੂਰੀ ਲਾਈਫ ਵਾਸਤੇ ਹੈ। 100 ਟਰਮ 100, ਜਿਵੇਂ ਆਪਾਂ ਪਹਿਲਾਂ ਪਿੱਛੇ ਵੇਖਿਆ ਕਿ ਟਰਮ ਜਿਹੜੀ ਹੈ ਉਹ 10 ਸਾਲ ਦੀ ਵੀ ਹੁੰਦੀ ਹੈ, 20 ਸਾਲ ਦੀ ਵੀ ਹੁੰਦੀ ਹੈ, 65 ਈਅਰ ਦੀ ਏਜ ਤੱਕ ਵੀ ਹੁੰਦੀ ਹੈਗੀ ਆ। ਇਸੇ ਤਰ੍ਹਾਂ ਟਰਮ 100 ਵੀ ਹੁੰਦੀ ਆ। ਇਹ ਭਾਵੇਂ ਹੁੰਦੀ ਤਾਂ ਸਾਰੀ ਉਮਰ ਵਾਸਤੇ ਹੈਗੀ, ਪਰ ਇਹਦੇ 'ਚ ਕੋਈ ਕੈਸ਼ ਵੈਲਿਊ ਨਹੀਂ ਹੁੰਦੀ ਹੈਗੀ। ਜਿਹੜੀ ਹੋਲ ਲਾਈਫ ਪੋਲਿਸੀ ਹੁੰਦੀ ਆ ਇਹਦੀ, ਕਿਉਂਕਿ ਕੋਈ ਵੀ ਜਦੋਂ ਵੀ ਆਪਾਂ ਕਿਸੇ ਨੂੰ ਕੋਈ ਇੰਸ਼ੋਰੈਂਸ ਦਿੰਦੇ ਹਾਂ ਤਾਂ ਉਹਦੇ ਵਿੱਚ ਇਹ ਵੇਖਣਾ ਪੈਂਦਾ ਕਿ ਉਹਦੀ ਲੋੜ ਕੀ ਹੈਗੀ ਆ ਅਤੇ ਉਹਦੀ ਲੋੜ ਕਿੰਨੇ ਚਿਰ ਵਾਸਤੇ ਹੈਗੀ ਆ। ਅਤੇ ਹੋਲ ਲਾਈਫ ਜਿਹੜੀ ਆ ਇਹਦੇ ਆਪਣਾ ਪਰਪਸ ਹੈਗਾ। ਜਿਵੇਂ ਜਦੋਂ ਵੀ ਕੈਨੇਡਾ ਦੇ ਵਿੱਚ ਕਿਸੇ ਦੀ ਡੈਥ ਜਦੋਂ ਹੁੰਦੀ ਹੈ ਅਤੇ ਉਹਦੀ ਇੱਕ ਤਾਂ ਉਸ ਸਾਲ ਦੇ ਵਿੱਚ ਜਿਹੜੀ ਰਿਟਰਨ ਫਾਈਲ ਹੁੰਦੀ ਆ, ਉਹਦੇ ਵਾਸਤੇ ਵੀ ਜਿਹੜਾ ਟੈਕਸ ਜਿਵੇਂ ਬਣਦਾ ਹੈ, ਜੇ ਟੈਕਸ ਬਣਦਾ ਤਾਂ ਉਹ ਟੈਕਸ ਅਮਾਊਂਟ ਕਿੱਥੋਂ ਆਏਗੀ, ਉਹਦੇ ਵਾਸਤੇ ਲੋਕ ਹੋਲ ਲਾਈਫ ਇੰਸ਼ੋਰੈਂਸ ਲੈ ਲੈਂਦੇ ਨੇ। ਜਾਂ ਲੋਕ ਕੁਛ ਇੰਸ਼ੋਰੈਂਸ ਹੋਲ ਲਾਈਫ ਤਾਂ ਲੈਂਦੇ ਨੇ ਕਿ ਜੇ ਅਸਟੇਟ ਪਲੈਨਿੰਗ ਕਰਨੀ ਹੈਗੀ ਆ। ਅਸਟੇਟ ਪਲੈਨਿੰਗ ਮਤਲਬ ਕਿ ਬੰਦੇ ਦੇ ਕੁਛ ਐਸਟਸ ਹੈਗੇ ਨੇ ਜਿਹੜੀ ਉਹਦੀ ਫੈਮਿਲੀ ਨੂੰ ਟਰਾਂਸਫਰ ਹੋਣੇ ਨੇ। ਜਦੋਂ ਫੈਮਿਲੀ ਨੂੰ ਟਰਾਂਸਫਰ ਹੋਣਗੇ ਅਤੇ ਕਈ ਕੇਸਾਂ ਦੇ ਵਿੱਚ ਜਿਹੜਾ ਟੈਕਸ ਲਾਇਬਿਲਿਟੀ ਬਣਦੀ ਹੈਗੀ ਆ, ਖਾਸ ਕਰਕੇ ਜਦੋਂ ਬੱਚਿਆਂ ਨੂੰ ਐਸਟ ਟਰਾਂਸਫਰ ਹੁੰਦੇ ਨੇ ਅਤੇ ਟੈਕਸ ਪੇ ਕਰਨੇ ਪੈਂਦਾ। ਉਹ ਟੈਕਸ ਅਮਾਊਂਟ ਕਿੱਥੋਂ ਆਏਗੀ, ਉਹਦੇ ਵਾਸਤੇ ਲੋਕ ਜਿਹੜੇ ਪਰਮਾਨੈਂਟ ਇੰਸ਼ੋਰੈਂਸ ਲੈ ਲੈਂਦੇ ਨੇ। ਜਾਂ ਇਹਨੂੰ ਹੋਲ ਲਾਈਫ ਅਤੇ ਪਰਮਾਨੈਂਟ ਦੋਨੋਂ ਇੱਕੋ ਗੱਲ ਹੀ ਹੈਗੀ ਆ। ਤੀਜੀ ਚੀਜ਼ ਹੁੰਦੀ ਆ ਕਿ ਲੋਕ ਪਰਮਾਨੈਂਟ ਇੰਸ਼ੋਰੈਂਸ ਕਿਉਂ ਕਰਵਾਉਂਦੇ ਨੇ। ਉਹਦਾ ਕਾਰਨ ਇਹ ਹੁੰਦਾ ਕਿ ਲੋਕ ਆਪਣੇ ਪਰਿਵਾਰ ਵਾਸਤੇ ਕੁਛ ਨਾ ਕੁਛ ਪੈਸਾ ਛੱਡ ਕੇ ਜਾਣਾ ਚਾਹੁੰਦੇ ਨੇ। ਮੰਨ ਲਓ ਕੋਈ ਟੈਕਸ ਲਾਇਬਿਲਿਟੀ ਵੀ ਨਹੀਂ ਬਣਦੀ, ਕੋਈ ਹੋਰ ਇਨਕਮ ਟੈਕਸ ਵੀ ਨਹੀਂ ਬਣਦਾ ਹੈਗਾ, ਪਰ ਵੈਸੇ ਲੋਕ ਇਹ ਸੋਚ ਰੱਖਦੇ ਨੇ ਕਿ ਜਦੋਂ ਅਸੀਂ ਜਾਈਏ ਦੁਨੀਆ ਤੋਂ ਅਤੇ ਆਪਣੇ ਬੱਚਿਆਂ ਵਾਸਤੇ 5 ਲੱਖ 10 ਲੱਖ ਕੁਛ ਨਾ ਕੁਛ ਅਮਾਊਂਟ ਛੱਡ ਕੇ ਜਾਈਏ, ਅਤੇ ਉਹ ਫਿਰ ਪਰਮਾਨੈਂਟ ਇੰਸ਼ੋਰੈਂਸ ਜਿਹੜੀ ਲੈ ਲੈਂਦੇ ਹੈਗੇ ਨੇ। ਕੁਛ ਲੋਕ ਹੈਗੇ ਨੇ ਕਿ ਜੇ ਚੈਰਿਟੀ ਕਰਨਾ ਚਾਹੁੰਦੇ ਹੈਗੇ ਨੇ ਕਿ ਜਦੋਂ ਅਸੀਂ ਆਪਣੇ ਜਿਉਂਦੇ ਜੀ ਅਤੇ ਆਪਾਂ ਬਹੁਤੀ ਚੈਰਿਟੀ ਨਹੀਂ ਕਰ ਪਾਉਂਦੇ ਜਿੰਨੀ ਅਸੀਂ ਸੋਚਦੇ ਹੈਗੇ ਹਾਂ, ਪਰ ਅਸੀਂ ਮਰਨ ਤੋਂ ਬਾਅਦ 'ਚ ਜਿਹੜੀ ਵੱਡੀ ਅਮਾਊਂਟ ਜਿਹੜੀ ਹੈ ਚੈਰਿਟੀ ਦੇ ਤੌਰ 'ਤੇ ਆਪਾਂ ਦੇ ਸਕਦੇ ਹਾਂ, ਉਹ ਲਾਈਫ ਇੰਸ਼ੋਰੈਂਸ ਦੇ ਤੌਰ 'ਤੇ ਹੁੰਦੀ ਹੈਗੀ ਆ। ਕਿ ਮੰਨ ਲਓ ਕਿ ਮੈਂ ਆਪਣੇ ਨਾਂ ਦੇ ਉੱਤੇ $1 ਲੱਖ ਦੀ ਪਰਮਾਨੈਂਟ ਇੰਸ਼ੋਰੈਂਸ ਲੈ ਲਈ, ਅਤੇ ਮੈਂ ਆਪਣੀ ਵਿਲ ਦੇ ਵਿੱਚ ਜਾਂ ਉਹਦਾ ਬੈਨੀਫੀਸ਼ੀਅਰੀ ਜਿਹੜਾ ਹੈਗਾ ਪਾਲਿਸੀ ਦੇ ਵਿੱਚ ਮੈਂ ਕਿਸੇ ਚੈਰਿਟੀ ਨੂੰ ਕਰ ਦੇਣਾ ਹੈਗਾ। ਚੈਰਿਟੀ ਦਾ ਮਤਲਬ ਕੋਈ ਸੰਸਥਾ ਇਹੋ ਜਿਹੀ ਹੈਗੀ ਆ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ, ਅਤੇ ਉਹਦੇ ਵਾਸਤੇ ਤੁਸੀਂ ਪੈਸਾ ਛੱਡ ਕੇ ਜਾਣਾ ਚਾਹੁੰਦੇ ਹੈਗੇ ਹੋ। ਅਤੇ ਇਹ ਕੁਛ ਕੁ ਪਰਪਸ ਹੈਗੇ ਨੇ ਜਿਹਦੇ ਕਰਕੇ ਆਪਾਂ ਨੂੰ ਪਰਮਾਨੈਂਟ ਇੰਸ਼ੋਰੈਂਸ ਰਿਕਮੈਂਡ ਕਰਨੀ ਪੈਂਦੀ ਹੈਗੀ ਕਲਾਇੰਟ ਨੂੰ, ਜਾਂ ਕਲਾਇੰਟ ਆਪ ਚਾਹੁੰਦਾ ਹੈਗਾ ਕਿ ਮੈਂ ਪਰਮਾਨੈਂਟ ਇੰਸ਼ੋਰੈਂਸ ਜਾਂ ਹੋਲ ਲਾਈਫ ਇੰਸ਼ੋਰੈਂਸ ਕਰਾਂ। ਜਦੋਂ ਹੁਣ ਤੁਹਾਨੂੰ ਪੇਪਰ ਦੇ ਵਿੱਚ ਸਵਾਲ ਆਉਣਾ ਹੈਗਾ ਤਾਂ ਇਸ ਤਰ੍ਹਾਂ ਦਾ ਹੀ ਆਉਣਾ। ਉਹ ਬੰਦੇ ਦੀ ਇੱਕ ਐਗਜ਼ਾਮਪਲ ਦਿੱਤੀ ਹੋਣੀ, ਉਹ ਬੰਦੇ ਦੀ ਇੱਦਾਂ ਦੀ ਸੋਚ ਹੈ, ਇੱਦਾਂ ਦੀ ਰਿਕੁਆਇਰਮੈਂਟ ਹੈਗੀ ਆ, ਅਤੇ ਤੁਸੀਂ ਉਸ ਨੂੰ ਕਿਹੜੀ ਪਾਲਿਸੀ ਜਿਹੜੀ ਹੈ ਦੇਵੋਗੇ। ਅਤੇ ਇਹ ਤੁਹਾਨੂੰ ਜੇ ਸਮਝੇ ਚੈਪਟਰ ਹੋਏਗਾ ਫਿਰ ਹੀ ਤੁਸੀਂ ਉਹਦਾ ਆਨਸਰ ਜਿਹੜਾ ਦੇ ਪਾਓਗੇ। ਪਰਮਾਨੈਂਟ ਅਤੇ ਜਿਹੜੀ ਟਰਮ ਇੰਸ਼ੋਰੈਂਸ, ਇਹਨਾਂ ਦੋਨਾਂ ਦਾ ਫਰਕ ਇਹ ਹੁੰਦਾ ਕਿ ਟਰਮ ਇੰਸ਼ੋਰੈਂਸ ਇੱਕ ਖਾਸ ਏਜ ਤੱਕ ਜਿਹੜੀ ਤੁਸੀਂ ਲੈ ਸਕਦੇ ਹੈਗੇ ਹੋ। ਨੋਰਮਲੀ 70 75 ਜਾਂ 80 ਸਾਲ ਤੱਕ ਦੀ ਏਜ ਤੱਕ ਤੁਸੀਂ ਲੈ ਸਕਦੇ ਹੈਗੇ ਹੋ। ਪਰ ਜਿਹੜੀ ਪਰਮਾਨੈਂਟ ਇੰਸ਼ੋਰੈਂਸ ਹੁੰਦੀ ਉਹ ਪਰਮਾਨੈਂਟ ਹੀ ਹੁੰਦੀ, ਪੂਰੀ ਲਾਈਫ ਵਾਸਤੇ ਹੀ ਹੁੰਦੀ ਹੈਗੀ ਆ। ਅਤੇ ਇੱਕ ਤਾਂ ਇਹਦਾ ਇਹ ਫਰਕ ਹੈਗਾ।
ਦੂਸਰਾ ਪਰਮਾਨੈਂਟ ਇੰਸ਼ੋਰੈਂਸ ਦੇ ਵਿੱਚ ਲਿਮਟਿਡ ਵੀ ਜਿਹੜਾ ਹੈ ਉਹ ਪੇਮੈਂਟ ਈਅਰਸ ਹੁੰਦੇ ਨੇ, ਤੁਸੀਂ 10 ਸਾਲ 15 ਸਾਲ ਜਾਂ ਤੁਸੀਂ 20 ਸਾਲ ਜਾਂ 65 ਏਜ ਤੱਕ ਹੀ ਸਿਰਫ ਪ੍ਰੀਮੀਅਮ ਪੇ ਕਰਨੇ ਨੇ। ਅਤੇ 100 ਵੀ ਪੇ ਕਰ ਸਕਦੇ ਹੈਗੇ ਤੁਸੀਂ, ਵੀ 100 ਸਾਲ ਤੱਕ ਵੀ ਪੇ ਕਰ ਸਕਦੇ ਹੈਗੇ ਹੋ, ਅਤੇ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ ਹੈਗੀਆਂ ਕਿ ਤੁਸੀਂ ਲਿਮਟਿਡ ਪੇ ਕਰ ਸਕਦੇ ਹੈਗੇ ਹੋ। ਜਦ ਕਿ ਟਰਮ ਇੰਸ਼ੋਰੈਂਸ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਟਰਮ ਇੰਸ਼ੋਰੈਂਸ ਵਿੱਚ ਹੁੰਦਾ ਕਿ ਜਿੰਨੇ ਚਿਰ ਦੀ ਤੁਸੀਂ ਟਰਮ ਲਈ ਹੈ ਉਨੇ ਚਿਰ ਦੀ ਜਿਹੜੀ ਹੈ ਤੁਹਾਨੂੰ ਪ੍ਰੀਮੀਅਮ ਪੇ ਕਰਨਾ ਪੈਣਾ ਹੈਗਾ। ਅਤੇ ਇੱਕ ਸਭ ਤੋਂ ਵੱਡਾ ਜਿਹੜਾ ਉਹ ਇਹ ਫ਼ਰਕ ਹੁੰਦਾ ਹੈਗਾ। ਇਸ ਡਾਇਗਰਾਮ ਦੇ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਟਰਮ ਇੰਸ਼ੋਰੈਂਸ ਅਤੇ ਹੋਲ ਲਾਈਫ ਦੋਨੋਂ ਕਿਸ ਤਰ੍ਹਾਂ ਕੰਮ ਕਰਦੀਆਂ। ਆ ਜਿਵੇਂ ਪ੍ਰੀਮੀਅਮ ਹੈਗਾ, ਐਨੂਅਲ ਪ੍ਰੀਮੀਅਮ ਹੈ ਸਾਲਾਨਾ 2000 4000 6000 8000 ਇੱਧਰ ਨੂੰ ਵੱਧਦਾ, ਇੱਧਰ ਨੂੰ ਜਿਹੜੇ ਸਾਲ ਵੱਧਦਾ। ਹੁਣ ਮੰਨ ਲਓ ਕਿ ਕੋਈ ਬੰਦਾ ਟਰਮ ਇੰਸ਼ੋਰੈਂਸ ਲੈਂਦਾ ਹੈ, ਗ੍ਰੀਨ ਵਾਲੀ ਟਰਮ ਇੰਸ਼ੋਰੈਂਸ ਹੈਗੀ, ਬੰਦਾ ਟਰਮ ਇੰਸ਼ੋਰੈਂਸ ਲੈਂਦਾ ਤਾਂ ਉਹ ਬਹੁਤ ਘੱਟ ਉਹਨੂੰ ਪ੍ਰੀਮੀਅਮ ਦੇਣੇ ਪੈਂਦਾ। 10 ਸਾਲ ਦੀ ਉਹਨੇ ਟਰਮ ਲਈ, ਇਹਦਾ ਮਤਲਬ ਜੇ ਇੰਸ਼ੋਰੈਂਸ ਇਸ ਤਰ੍ਹਾਂ ਵਰਕ ਕਰਦੀ ਹੈ, ਅਗਰ 10 ਸਾਲ ਦੇ ਵਿੱਚ ਡੈਥ ਹੋ ਜਾਂਦੀ ਬੰਦੇ ਦੀ ਅਤੇ ਉਹਦੀ ਫੈਮਿਲੀ ਨੂੰ ਪੈਸੇ ਮਿਲ ਜਾਂਦੇ ਨੇ। ਜੇ ਡੈਥ ਨਹੀਂ ਹੁੰਦੀ ਤਾਂ ਜੋ ਵੀ ਪ੍ਰੀਮੀਅਮ ਉਹਨੇ ਪੇ ਕੀਤੇ ਨੇ, ਭਾਵੇਂ ਬਹੁਤ ਘੱਟ ਹੀ ਸੀ, ਪਰ ਉਹ ਵਾਪਸ ਨਹੀਂ ਮਿਲਦੇ। ਹੁਣ ਜਦੋਂ 10 ਸਾਲ ਦੀ ਤੋਂ ਬਾਅਦ 'ਚ ਉਹ ਫਿਰ ਰੀਨਿਊ ਕਰਾਉਂਦਾ ਤਾਂ ਉਹਦਾ ਪ੍ਰੀਮੀਅਮ ਵੱਧ ਜਾਂਦਾ ਹੈਗਾ। ਹੁਣ ਗ੍ਰਾਫ ਉੱਪਰ ਨੂੰ ਚਲਾ ਗਿਆ, ਫਿਰ ਉਹ 10 ਸਾਲ ਦੀ ਜਿਹੜੀ ਹੈ ਟਰਮ ਕਰਾਉਂਦਾ, ਅਤੇ ਫਿਰ ਅਗਰ 10 ਸਾਲਾਂ ਦੇ ਵਿੱਚ ਡੈਥ ਹੁੰਦੀ ਹੈ, ਇਸ ਪੀਰੀਅਡ ਦੇ ਦੌਰਾਨ ਡੈਥ ਹੁੰਦੀ, ਅਤੇ ਉਹਦੇ ਬੈਨੀਫਿਸ਼ਰੀਜ਼ ਜਾਂ ਫੈਮਿਲੀ ਹੈ ਉਹਨਾਂ ਨੂੰ ਪੈਸੇ ਮਿਲਦੇ ਨੇ, ਨਹੀਂ ਤਾਂ ਕੁਛ ਨਹੀਂ ਮਿਲਦਾ ਹੈਗਾ। ਫਿਰ ਅਗਲੇ 10 ਸਾਲਾਂ ਬਾਅਦ ਜਾ ਕੇ ਕਰਾਉਂਦਾ, ਫਿਰ ਉਹਦਾ ਪ੍ਰੀਮੀਅਮ ਵੱਧ ਜਾਂਦਾ, ਅਤੇ ਇਸ ਤਰ੍ਹਾਂ ਪ੍ਰੀਮੀਅਮ ਜਿਹੜਾ ਵੱਧਦਾ ਜਾਂਦਾ ਹੈਗਾ। ਇੱਦਾਂ ਜਿੱਦਾਂ ਏਜ ਵੱਧਦੀ ਜਾਂਦੀ ਹੈ ਉਹਦਾ ਪ੍ਰੀਮੀਅਮ ਕਾਫੀ ਹਾਈ ਹੋ ਜਾਂਦਾ ਹੈਗਾ। ਦੂਜੇ ਪਾਸੇ ਆਪਾਂ ਦੇਖੀਏ ਕਿ ਜਿਹੜੀ ਹੈ ਔਰੇਂਜ ਵਾਲੀ ਲਾਈਨ ਹੈਗੀ ਆ, ਇਹ ਹੋਲ ਲਾਈਫ ਇੰਸ਼ੋਰੈਂਸ ਪਾਲਿਸੀ ਹੈ, ਤਾਂ ਉਹਦਾ ਪ੍ਰੀਮੀਅਮ ਹੈਗਾ ਅਤੇ ਇਹ ਕੌਨਸਟੈਂਟ ਰਹਿੰਦਾ ਹੈਗਾ, ਲੈਵਲਡ ਰਹਿੰਦਾ ਹੈਗਾ। ਇਹਦੇ 'ਚ ਕੋਈ ਵੀ ਜਿਹੜਾ ਵਾਧਾ ਨਹੀਂ ਹੁੰਦਾ। ਅਤੇ ਜੇ ਮੰਨ ਲਓ 10 ਸਾਲ 20 ਸਾਲ ਜਾਂ 100 ਸਾਲ ਵਾਸਤੇ ਪੇ ਕਰਨਾ ਤਾਂ ਲੈਵਲ ਰਹਿਣਾ ਹੈਗਾ। ਜਦ ਕਿ ਟਰਮ ਇੰਸ਼ੋਰੈਂਸ ਜਦੋਂ ਉਹ ਰੀਨਿਊ ਕਰਾਏਗਾ ਉਦੋਂ ਉਹਦਾ ਪ੍ਰੀਮੀਅਮ ਵੱਧਦਾ ਜਾਏਗਾ। ਫਿਰ ਇਹਦੇ 'ਚ ਰਿਸਕ ਇਹ ਵੀ ਹੋ ਜਾਂਦਾ ਕਿ ਜੇ ਕੋਈ ਹੈਲਥ ਇਸ਼ੂ ਹੋ ਜਾਏ, ਹੋ ਸਕਦਾ ਕਿ ਪਾਲਿਸੀ ਮੁੜ ਕੇ ਰੀਨਿਊ ਨਾ ਹੋਵੇ ਜਿਸ ਅਮਾਊਂਟ ਦੀ ਤੁਸੀਂ ਚਾਹੁੰਦੇ ਹੈਗੇ। ਕਈ ਕੰਡੀਸ਼ਨਸ ਹੋ ਜਾਂਦੀਆਂ ਹੈਗੀਆਂ। ਤਾਂ ਇਸ ਕਰਕੇ ਇਹ ਪਰਮਾਨੈਂਟ ਇੰਸ਼ੋਰੈਂਸ ਜਿਹੜੀ ਇੰਸ਼ੋਰੈਂਸ ਹੈਗੀ ਉਹਦਾ ਆਪਣੇ ਬੈਨੀਫਿਟਸ ਹੁੰਦੇ ਨੇ। ਦੂਜਾ, ਜਿਵੇਂ ਟਰਮ ਇੰਸ਼ੋਰੈਂਸ ਦੇ ਵਿੱਚ ਕੋਈ ਕੈਸ਼ ਵੈਲਿਊ ਨਹੀਂ ਬਣਦੀ, ਪਰ ਇਹਦੇ ਵਿੱਚ ਜਿਹੜੀ ਆ ਹੋਲ ਲਾਈਫ ਪਾਲਿਸੀ ਦੇ ਵਿੱਚ ਨੋਰਮਲੀ ਕੈਸ਼ ਵੈਲਿਊ ਹੁੰਦੀ ਹੈਗੀ ਆ ਕਿ ਜੇ ਮੰਨ ਲਓ ਬੰਦਾ ਪਹਿਲਾਂ ਵੀ ਪਾਲਿਸੀ ਬੰਦ ਕਰਾਉਂਦਾ ਤਾਂ ਉਹਨੂੰ ਕੁਛ ਨਾ ਕੁਛ ਵਾਪਸ ਮਿਲਦਾ। ਹੁਣ ਜੇ ਆਪਾਂ ਪ੍ਰੀਮੀਅਮ ਦੀ ਗੱਲ ਕਰੀਏ, ਵੈਸੇ ਇੱਥੇ ਆਪਾਂ ਅੰਦਾਜ਼ਾ ਲਾਉਣਾ, ਅੱਗੇ ਵੀ ਆਏਗਾ ਵੀ ਜੇ ਹੁਣ ਟਰਮ ਇੰਸ਼ੋਰੈਂਸ ਦਾ ਪ੍ਰੀਮੀਅਮ ਜ਼ਿਆਦਾ ਹੋਏਗਾ ਕਿ ਹੋਲ ਲਾਈਫ ਦਾ ਜ਼ਿਆਦਾ ਹੋਏਗਾ, ਅਤੇ ਇਹ ਕਾਮਨ ਸੈਂਸ ਹੀ ਕਹਿੰਦੀ ਹੈ ਕਿ ਹੋਲ ਲਾਈਫ ਦਾ ਜ਼ਿਆਦਾ ਹੋਏਗਾ। ਕਿਉਂਕਿ ਜੇ ਮੰਨ ਲਓ 5 ਲੱਖ ਦੀ ਟਰਮ ਇੰਸ਼ੋਰੈਂਸ ਕਰਾਈ ਹੈ, ਬੰਦੇ ਨੇ 10 ਸਾਲ ਦੀ ਕਰਾਈ ਹੈ, ਅਤੇ ਅਗਰ 10 ਸਾਲਾਂ ਦਾ ਕੁਛ ਹੋ ਗਿਆ ਤਾਂ 5 ਲੱਖ ਫੈਮਿਲੀ ਨੂੰ ਮਿਲਣਾ, ਨਹੀਂ ਤਾਂ ਨਹੀਂ ਮਿਲਣਾ। ਕੰਪਨੀ 'ਤੇ ਰਿਸਕ ਘੱਟ ਹੈਗਾ, ਬੰਦੇ ਦੀ ਏਜ ਵੀ ਘੱਟ ਹੈ, ਅਤੇ ਉਹਨਾਂ ਨੇ ਕੋਈ ਫੰਡ ਵੈਲਿਊ ਨਹੀਂ ਵਾਪਸ ਕਰਨੀ, ਇਸ ਕਰਕੇ ਇਹਦਾ ਜਿਹੜਾ ਹੈ ਕੰਪਨੀ 'ਤੇ ਰਿਸਕ ਘੱਟ ਹੈਗਾ, ਇਹਦਾ ਪ੍ਰੀਮੀਅਮ ਵੀ ਘੱਟ ਬਣੇਗਾ। ਪਰ ਇਹ ਜਿਹੜਾ ਹੈ ਹੋਲ ਲਾਈਫ ਵਾਲਾ, ਕਿ ਜੇ ਉਹਨੇ $5 ਲੱਖ ਦੀ ਇੰਸ਼ੋਰੈਂਸ ਕਰਾਈ ਤਾਂ ਕੰਪਨੀ ਨੇ ਤਾਂ 5 ਲੱਖ ਦੇਣਾ ਹੀ ਦੇਣਾ ਹੈਗਾ। ਪਲੱਸ ਜੇ ਬੰਦਾ ਸਰੈਂਡਰ ਕਰਦਾ 5-7 ਸਾਲ ਬਾਅਦ ਜਾਂ 10 ਸਾਲਾਂ ਬਾਅਦ ਜਾ ਕੇ ਪਾਲਿਸੀ ਨੂੰ ਸਰੈਂਡਰ ਕਰਦਾ ਹੈਗਾ, ਕੈਂਸਲ ਕਰਾਉਂਦਾ, ਤਾਂ ਵੀ ਕੁਛ ਨਾ ਕੁਛ ਕੈਸ਼ ਵੈਲਿਊ ਮਿਲਦੀ ਹੈਗੀ ਆ। ਤਾਂ ਦੈਟ ਮੀਨਸ ਕਿ ਇਹਦਾ ਪ੍ਰੀਮੀਅਮ ਹਾਇਰ ਹੋਵੇਗਾ ਟਰਮ ਇੰਸ਼ੋਰੈਂਸ ਦੇ ਨਾਲੋਂ। ਪਰਮਾਨੈਂਟ ਇੰਸ਼ੋਰੈਂਸ ਕਈ ਤਰ੍ਹਾਂ ਦੀ ਹੁੰਦੀ ਹੈ, ਖਾਸ ਕਰਕੇ 3 ਤਰ੍ਹਾਂ ਦੀ। ਦੇਖੋ, ਹੋਲ ਲਾਈਫ ਵੀ ਪੂਰੀ ਉਮਰ ਵਾਸਤੇ ਰਹਿੰਦੀ, ਜਿਹਦੇ ਆਪਾਂ ਕਾਮਨ ਇਹ ਪਾਲਿਸੀ ਹੁੰਦੀ ਹੈ, ਜਿਹਦੇ ਵਿੱਚ ਕਿ ਕੈਸ਼ ਵੈਲਿਊ ਵੀ ਬਣਦੀ ਹੈਗੀ ਆ, ਅਤੇ ਇਹਦੇ ਪ੍ਰੀਮੀਅਮ ਜਿਹੜੇ ਹੈਗੇ ਨੇ ਕੁਛ ਲਿਮਟਿਡ ਪੀਰੀਅਡ ਵਾਸਤੇ ਹੁੰਦੇ ਨੇ, ਪਰ ਰਹਿੰਦੀ ਪੂਰੀ ਉਮਰ ਹੈ। ਜਦੋਂ ਤੱਕ ਬੰਦੇ ਡੈਥ ਨਹੀਂ ਹੁੰਦੀ ਉਦੋਂ ਤੱਕ ਇਹਦੇ ਤੁਹਾਡੀ ਜਿਹੜੀ ਕਵਰੇਜ ਰਹਿੰਦੀ ਹੈਗੀ ਹੈ। ਟਰਮ 100 ਜਾਂ T100 ਇਹਦੇ ਵਿੱਚ ਇਹ ਟਰਮ ਇੰਸ਼ੋਰੈਂਸ ਹੀ ਹੈਗੀ ਆ। ਪ੍ਰੀਮੀਅਮ 100 ਸਾਲ ਤੱਕ ਹੀ ਦੇਣੇ ਨੇ। ਬੰਦੇ ਦੀ ਡੈਥ ਭਾਵੇਂ 105 ਸਾਲ 'ਤੇ ਜਾ ਕੇ ਹੋਵੇ ਤਾਂ ਵੀ ਪੈਸੇ ਮਿਲਦੇ ਹੈਗੇ ਨੇ, ਪਰ ਇਹਦੇ ਵਿੱਚ ਕੈਸ਼ ਵੈਲਿਊ ਕੋਈ ਨਹੀਂ ਹੁੰਦੀ। ਯੂਨੀਵਰਸਲ ਲਾਈਫ ਇਹ ਥੋੜ੍ਹੀ ਜਿਹੀ ਫਲੈਕਸੀਬਲ ਹੁੰਦੀ ਹੈ ਪ੍ਰੀਮੀਅਮ ਦੇ ਪੁਆਇੰਟ ਆਫ ਵਿਊ ਤੋਂ, ਅਤੇ ਇਹਦੇ ਵਿੱਚ ਵੀ ਆਪਾਂ ਡਿਟੇਲ 'ਚ ਜਾ ਕੇ ਅੱਗੇ ਦੇਖਾਂਗੇ ਕਿ ਕਿਸ ਤਰ੍ਹਾਂ ਜਿਹੜੀ ਵਰਕ ਕਰਦੀ ਹੈਗੀ ਆ। ਇਹ 'ਚ ਕਾਫੀ ਚੀਜ਼ਾਂ ਜਿਹੜੀਆਂ ਹਨ ਕੰਸੀਡਰ ਕਰਨ ਵਾਲੀਆਂ ਹੁੰਦੀਆਂ, ਪਰ ਯੂਨੀਵਰਸਲ ਲਾਈਫ ਨੋਰਮਲੀ ਜਿਹੜੀ ਆ ਪੂਰੀ ਲਾਈਫ ਵਾਸਤੇ ਹੁੰਦੀ ਆ, ਅਤੇ ਪ੍ਰੀਮੀਅਮ ਵੀ ਉਹਦੇ ਜਿਹੜੇ ਪੂਰੀ ਲਾਈਫ ਹੀ ਆਪਾਂ ਪੇ ਕਰਨੇ ਹੁੰਦੇ ਨੇ, ਅਤੇ ਇਹਦੇ ਵੀ ਡਿਟੇਲ ਅੱਗੇ ਜਾ ਕੇ ਆਏਗੀ। ਪਰ ਇਹ 3 ਤਰ੍ਹਾਂ ਦੀਆਂ ਪਾਲਿਸੀਜ਼ ਹੁੰਦੀਆਂ, ਹੋਲ ਲਾਈਫ, ਟਰਮ 100 ਅਤੇ ਯੂਨੀਵਰਸਲ ਲਾਈਫ। ਹੋਲ ਲਾਈਫ ਪਾਲਿਸੀ ਬਾਰੇ ਮੈਂ ਕਾਫੀ ਕੁਛ ਤੁਹਾਨੂੰ ਦੱਸ ਚੁੱਕਿਆ ਹੈਗਾ ਕਿ ਇਹਦੀ ਕੈਸ਼ ਸਰੈਂਡਰ ਵੈਲਿਊ ਜਿਹੜੀ ਬਣਦੀ ਹੈਗੀ ਆ, ਅਤੇ ਟਰਮ 100 ਦੇ ਵਿੱਚ ਕੋਈ ਵੀ ਕੈਸ਼ ਸਰੈਂਡਰ ਵੈਲਿਊ ਨਹੀਂ ਹੁੰਦੀ ਹੈਗੀ। ਯੂਨੀਵਰਸਲ ਲਾਈਫ ਦੇ ਵਿੱਚ
ਕੈਸ਼ ਵੈਲਿਊ ਹੋ ਵੀ ਸਕਦੀ ਹੈ ਅਤੇ ਨਹੀਂ ਵੀ ਹੋ ਸਕਦੀ, ਡਿਪੈਂਡ ਕਰਦਾ ਕਿ ਤੁਸੀਂ ਉਹਦੇ ਵਿੱਚ ਕਿੰਨਾ ਪ੍ਰੀਮੀਅਮ ਪਾ ਰਹੇ ਹੈਗੇ ਹੋ। ਜਿਵੇਂ ਆਪਾਂ ਇਹ ਉੱਪਰ ਵਾਲੀਆਂ ਪਾਲਿਸੀਆਂ ਹੈਗੀਆਂ ਹੋਲ ਲਾਈਫ, ਇਹਦੇ 'ਚ ਫਿਕਸ ਹੁੰਦਾ ਪ੍ਰੀਮੀਅਮ ਤੁਸੀਂ $200 ਮਹੀਨੇ ਦਾ ਦੇਣਾ ਹੈਗਾ, ਇਹਦੇ 'ਚ ਹੀ ਹੁੰਦਾ ਕੋਈ $100 ਮਹੀਨੇ ਦਾ ਦੇਣਾ ਹੈਗਾ। ਯੂਨੀਵਰਸਲ ਲਾਈਫ ਕਿਸ ਤਰ੍ਹਾਂ ਥੋੜ੍ਹੀ ਜਿਹੀ ਫਲੈਕਸੀਬਲ ਹੁੰਦਾ ਇਹਦੇ, ਕਿ ਲੋਕ ਚਾਹੁੰਦੇ ਨੇ ਇਸ ਪਾਲਿਸੀ ਦੇ ਵਿੱਚ ਥੋੜ੍ਹੇ ਪੈਸੇ ਜ਼ਿਆਦਾ ਪਾਏ ਜਾਣ। ਮੰਨ ਲਓ ਜੇ ਹੋਲ ਲਾਈਫ ਪਾਲਿਸੀ 200 ਪਾ ਰਹੇ ਤਾਂ ਇੱਥੇ ਹੋਏਗਾ ਕਿ ਤੁਸੀਂ 200 ਤੋਂ ਲੈ ਕੇ 500 ਤੱਕ ਪਾ ਸਕਦੇ ਹੋ। ਇੱਦਾਂ ਮਤਲਬ ਇੱਕ ਰੇਂਜ ਹੁੰਦੀ ਹੈਗੀ ਹੈ ਕਿ ਮਿਨੀਮਮ ਤੁਸੀਂ 200 ਅਤੇ ਜੇ ਮੈਕਸੀਮਮ ਪਾਉਣਾ ਹੈਗਾ ਤਾਂ ਤੁਸੀਂ ਉਹ 'ਚ 500 ਤੱਕ ਪਾ ਸਕਦੇ ਹੋ। ਦੈਟ ਮੀਨਜ਼ ਜਿਹੜੇ ਪੈਸੇ ਆਪਾਂ ਵਾਧੂ ਪੈਂਦੇ ਉਹ ਸਾਡੇ ਇਨਵੈਸਟਡ ਰਹਿੰਦੇ ਹੈਗੇ ਨੇ। ਅਤੇ ਜੇ ਕਿਸੇ ਬੰਦੇ ਦੀ, ਕਿਉਂਕਿ ਇਹਦੇ ਵਿੱਚ ਜਿਹੜੇ ਅਸੀਂ ਪੈਸੇ ਇਨਵੈਸਟ ਕਰਦੇ ਹਾਂ ਉਹਦੇ 'ਤੇ ਉਦੋਂ ਤੱਕ ਟੈਕਸ ਨਹੀਂ ਲੱਗਦਾ ਜਦੋਂ ਤੱਕ ਅਸੀਂ ਉਹਨੂੰ ਕਢਾਉਂਦੇ ਨਹੀਂ ਹੈਗੇ। ਅਤੇ ਜੇ ਮੰਨ ਲਓ ਬਾਈ ਚਾਂਸ ਡੈਥ ਹੋ ਜਾਂਦੀ ਬੰਦੇ ਦੀ ਅਤੇ ਉਹ ਸਾਰੇ ਪੈਸੇ ਫੈਮਿਲੀ ਨੂੰ ਮਿਲ ਜਾਂਦੇ ਨੇ ਅਤੇ ਟੈਕਸ ਫਰੀ ਮਿਲ ਜਾਂਦੇ ਹੈ। ਇਸ ਤਰ੍ਹਾਂ ਜ਼ਿਆਦਾ ਕਰਕੇ ਬਿਜ਼ਨਸ ਲੋਕ ਜਿਹੜੇ ਹੈਗੇ ਨੇ, ਬਿਜ਼ਨਸ ਓਨਰਸ, ਉਹ ਇਹ ਪਾਲਿਸੀ ਦੇ ਵਿੱਚ ਜ਼ਿਆਦਾ ਪੈਸੇ ਪਾਉਂਦੇ ਹੈਗੇ ਨੇ ਤਾਂ ਕਿ ਉਹਨਾਂ ਨੂੰ ਜਾਂ ਉਹਨਾਂ ਦੀ ਫੈਮਿਲੀ ਜਿਹੜਾ ਟੈਕਸ ਡੈਫਰਡ ਜਦੋਂ ਕਢਾਉਣਗੇ ਉਦੋਂ ਜਿਹੜਾ ਟੈਕਸ ਪਵੇ, ਜਾਂ ਜੇ ਮੰਨ ਲਓ ਕਿ ਡੈਥ ਹੋ ਜਾਂਦੀ ਹੈ ਤਾਂ ਫਿਰ ਟੈਕਸ ਤੋਂ ਬਚਾਅ ਹੋ ਜਾਏ। ਅਤੇ ਜੇ ਜਿਨ੍ਹਾਂ ਕੋਲ ਜ਼ਿਆਦਾ ਕੈਸ਼ ਫਲੋ ਹੈਗਾ ਉਹਨਾਂ ਵਾਸਤੇ ਯੂਨੀਵਰਸਲ ਲਾਈਫ ਪਾਲਿਸੀ ਮੈਟਰ ਕਰਦੀ ਆ, ਉਹ ਫਾਇਦੇਮੰਦ ਹੈਗੀ ਆ। ਇੱਥੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਹੈਗਾ ਕਿ ਓਵਰਵਿਊ ਆਫ ਹੋਲ ਲਾਈਫ ਇੰਸ਼ੋਰੈਂਸ ਕੀ ਹੈ, ਉਹਦੇ ਕੈਸ਼ ਵੈਲਿਊ ਬਣਦੀ ਹੈ, ਕਵਰੇਜ ਟਰਮ ਸਾਰੀ ਉਮਰ ਤੱਕ ਜਿਹੜੀ ਹੈ ਚੱਲਦੀ ਹੈਗੀ ਹੈ। ਪਾਲਿਸੀ ਰਿਜ਼ਰਵ ਕੋਈ ਆਮ ਤੌਰ 'ਤੇ ਕੀ ਹੁੰਦਾ ਹੈਗਾ ਕਿ ਇਹਦੇ ਜਿਹੜੇ ਪ੍ਰੀਮੀਅਮ ਹੈਗੇ ਨੇ ਉਹ ਲੈਵਲਡ ਹੀ ਰਹਿੰਦੇ ਹੈਗੇ ਨੇ, ਵੱਧਦੇ ਨਹੀਂ ਹੈਗੇ, ਅਤੇ ਓਵਰ ਪੇਮੈਂਟ ਦੇ ਵਿੱਚ ਘੱਟ ਚਾਂਸ ਹੁੰਦੇ ਨੇ। ਜੇ ਹੋਣ ਵੀ ਤਾਂ ਉਹ ਪਾਲਿਸੀ ਰਿਜ਼ਰਵ ਦੇ ਵਿੱਚ ਜਿਹੜੇ ਹਨ ਉਹ ਚਲੇ ਜਾਂਦੇ ਹੈਗੇ ਨੇ। ਪ੍ਰੀਮੀਅਮ ਕਿਸ ਤਰ੍ਹਾਂ ਜਿਹੜੇ ਸੈੱਟ ਕੀਤੇ ਜਾਂਦੇ ਨੇ, ਕਿਸੇ ਵੀ ਇੰਸ਼ੋਰੈਂਸ ਆਪਾਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਲੈਂਦੇ ਹਾਂ ਤਾਂ ਉਹਦੇ ਵਿੱਚ ਪ੍ਰੀਮੀਅਮ ਕਿਸ ਤਰ੍ਹਾਂ ਜਿਹੜੇ ਹਨ ਸੈੱਟ ਕੀਤੇ ਜਾਂਦੇ ਨੇ, ਉਹਦੇ ਵਿੱਚ ਕਿਹੜੀਆਂ ਚੀਜ਼ਾਂ ਕੰਸੀਡਰ ਕੀਤੀਆਂ ਜਾਂਦੀਆਂ, ਪ੍ਰੀਮੀਅਮ ਘੱਟ ਲੈਣਾ, ਵੱਧ ਲੈਣਾ, ਜਾਂ ਕਿੰਨਾ ਲੈਣਾ ਹੈਗਾ, ਜਾਂ ਕਿੰਨੀ ਦੇਰ ਤੱਕ ਲੈਣਾ ਹੈਗਾ। ਉਹਨੂੰ ਸੈੱਟ ਕਰਨ ਵਾਸਤੇ ਕੁਛ ਫੈਕਟਰਸ ਹੁੰਦੇ। ਮੋਰਟੈਲਿਟੀ ਕਾਸਟ, ਮਤਲਬ ਬੰਦੇ ਦੀ, ਜਿਵੇਂ ਹੁਣ 1000 ਬੰਦੇ ਨੇ ਇੰਸ਼ੋਰੈਂਸ ਪਾਲਿਸੀਜ਼ ਲਈਆਂ ਹੈਗੀਆਂ ਅਤੇ ਉਹਨਾਂ ਵਿੱਚੋਂ ਕਈਆਂ ਦੀ ਡੈਥ ਵੀ ਹੋ ਜਾਂਦੀ ਹੈ। ਉਹ ਜਿਹੜੀ ਡੈਥ ਦੀ ਪੇਮੈਂਟ ਹੁੰਦੀ ਹੈ, ਕਲੇਮਸ ਹੁੰਦੇ ਨੇ, ਉਹਨੂੰ ਆਪਾਂ ਮੋਰਟੈਲਿਟੀ ਕਾਸਟ ਕਹਿ ਦਿੰਦੇ ਹੈਗੇ ਆ ਵੀ ਉਹ ਕਾਸਟ ਪੈਂਦੀਆਂ। ਜੇ ਤਾਂ ਉਹ ਜ਼ਿਆਦਾ ਕਲੇਮ ਹੋ ਰਹੇ ਨੇ ਤਾਂ ਪ੍ਰੀਮੀਅਮ ਹਾਇਰ ਹੋਣਗੇ, ਜੇ ਘੱਟ ਕਲੇਮ ਹੋ ਰਹੇ ਤਾਂ ਕੰਪਨੀ ਘੱਟ ਵੀ ਜਿਹੜੇ ਹੈਗਾ ਰੇਟ ਕਰ ਦਿੰਦੀ ਹੈਗੀ ਬਾਅਦ 'ਚ। ਹੁਣ ਇੰਸ਼ੋਰੈਂਸ ਪਾਲਿਸੀ ਨੂੰ ਵੇਚਣ ਵਾਸਤੇ ਖਰਚਾ ਵੀ ਪੈਂਦਾ ਹੈਗਾ। ਖਰਚਾ ਕਈ ਤਰ੍ਹਾਂ ਦਾ ਹੁੰਦਾ ਕਿ ਮਾਰਕੀਟਿੰਗ ਦਾ ਖਰਚਾ ਹੁੰਦਾ ਹੈਗਾ, ਸੈਲਰੀਜ਼ ਦੇਣੀਆਂ, ਕਮਿਸ਼ਨ ਏਜੰਟਸ ਨੂੰ ਦੇਣੇ ਹੈਗੇ ਨੇ, ਉਹ ਵੀ ਕਾਸਟ ਪ੍ਰੀਮੀਅਮ 'ਤੇ ਪੈਣੀ ਹੈ। ਫਿਰ ਪਾਲਿਸੀ ਅੰਡਰਰਾਈਟ ਕਰਦੇ, ਅੰਡਰਰਾਈਟ ਦਾ ਮਤਲਬ ਕਿ ਇੱਕ ਖਾਸ ਆਫਿਸਰ ਹੁੰਦਾ ਇੰਸ਼ੋਰੈਂਸ ਕੰਪਨੀ ਦੇ ਵਿੱਚ ਜਿਹਦੇ ਕੋਲ ਫਾਈਲ ਜਾਂਦੀ ਹੈਗੀ, ਉਹ ਸਾਰਾ ਵੇਖਦਾ ਹੈਗਾ ਕਿ ਇਹਨੂੰ ਪਾਲਿਸੀ ਨੋਰਮਲ ਰੇਟ 'ਤੇ ਦੇਣੀ ਹੈ, ਘੱਟ 'ਤੇ ਦੇਣੀ ਹੈ, ਜਾਂ ਜ਼ਿਆਦਾ 'ਤੇ ਦੇਣੀ ਹੈ ਜਾਂ ਨਹੀਂ ਦੇਣੀ। ਅਤੇ ਉਹ ਸਾਰਾ ਉਹਨੂੰ ਆਪਾਂ ਅੰਡਰ ਰਾਈਟਰ ਕਹਿੰਦੇ ਹੈਗੇ ਆ। ਅਤੇ ਉਹ ਜਿਹੜਾ ਬੰਦਾ ਹੈਗਾ ਉਹਨੂੰ ਵੀ ਜਿਹੜੀ ਹੈਗੀ ਆ ਤਨਖਾਹ ਦੇਣੀ ਪੈਂਦੀ ਹੈਗੀ ਆ। ਫਿਰ ਆਪਾਂ ਮੈਡੀਕਲ ਐਗਜ਼ਾਮਸ ਕਰਾਉਣੇ ਹੈਗੇ ਆ ਅਤੇ ਉਹ ਵੀ ਕਾਸਟ ਜਿਹੜੀ ਆ ਉਸ ਪਾਲਿਸੀ ਦੇ ਉੱਤੇ ਹੀ ਪੈਂਦੀ ਹੈਗੀ ਆ। ਅਤੇ ਫਿਰ ਆਪਾਂ ਪਾਲਿਸੀ ਇਸ਼ੂ ਕਰਦੇ ਹਾਂ, ਪ੍ਰਿੰਟ ਕਰਦੇ ਹਾਂ, ਸਟਾਫ ਕੰਮ ਕਰਦਾ ਹੈਗਾ। ਫਿਰ ਜੋ ਵੀ ਕੰਪਨੀ ਪੈਸਾ ਕਮਾਉਂਦੀ ਹੈ ਉਹਦੇ 'ਤੇ ਇਨਕਮ ਟੈਕਸ ਵੀ ਦੇਣੇ ਪੈਂਦੇ ਆ। ਕਈ ਜਦੋਂ ਮੰਨ ਲਓ ਕੋਈ ਕੰਪਨੀ ਕੋਲ ਕਲੇਮਸ ਆਉਂਦੇ ਨੇ ਤਾਂ ਉਹਨੂੰ ਇਨਵੈਸਟੀਗੇਟ ਕਰਦੇ ਨੇ, ਏਜੰਸੀਆਂ ਕੋਲੋਂ ਇਨਵੈਸਟੀਗੇਟ ਕਰਵਾਉਂਦੇ ਨੇ ਵੈਦਰ ਇਹ ਜੈਨੂਅਨ ਕਲੇਮ ਹੈ ਜਾਂ ਨਹੀਂ ਹੈ, ਤਾਂ ਉਹਦਾ ਵੀ ਖਰਚਾ ਪੈਂਦਾ ਹੈਗਾ। ਫਿਰ ਡੈਥ ਬੈਨੀਫਿਟਸ ਜਿਹੜੇ ਪੇ ਕਰਦੇ ਨੇ, ਅਤੇ ਜਾਂ ਕੁਛ ਜਿਹੜਾ ਪ੍ਰੋਫਿਟ ਵੀ ਉਹਨਾਂ ਨੇ ਕੱਟਣਾ ਦਾ, ਜਿਹੜੇ ਕੰਪਨੀ ਦੇ ਸ਼ੇਅਰ ਹੋਲਡਰ ਨੇ ਉਹਨਾਂ ਨੂੰ ਵੀ, ਤਾਂ ਉਹਨਾਂ ਦੀ ਇਨਵੈਸਟਮੈਂਟ ਹੁੰਦੀ ਹੈ ਕੰਪਨੀ ਦੇ ਵਿੱਚ, ਅਤੇ ਉਹਨਾਂ ਨੂੰ ਵੀ ਕੁਛ ਨਾ ਕੁਛ ਕਮਾ ਕੇ ਦੇਣਾ ਹੁੰਦਾ ਕੰਪਨੀ ਨੇ। ਅਤੇ ਇਹ ਸਾਰੀਆਂ ਚੀਜ਼ਾਂ ਕੰਸੀਡਰ ਕਰਕੇ ਅਤੇ ਫਿਰ ਜਿਹੜਾ ਉਹ ਪ੍ਰੀਮੀਅਮ ਕੈਲਕੂਲੇਟ ਹੁੰਦਾ ਹੈਗਾ। ਇਨਵੈਸਟਮੈਂਟ ਰਿਟਰਨਸ, ਹੁਣ ਕੀ ਹੁੰਦਾ ਕਿ ਕੰਪਨੀ ਦੇ ਕੋਲ ਪੈਸਾ ਆਉਂਦਾ, ਜਿਵੇਂ ਕੰਪਨੀ ਕੋਲ ਪੈਸਾ ਆਉਂਦਾ ਤਾਂ ਉਹਦੇ 'ਤੇ ਰਿਟਰਨਸ ਵੀ ਆਉਂਦੀਆਂ ਹੈਗੀਆਂ। ਜੇ ਰਿਟਰਨਸ ਵਧੀਆ ਆਉਣਗੀਆਂ ਅਤੇ ਪ੍ਰੀਮੀਅਮ ਕੰਪਨੀ ਲੋਕਾਂ ਦੇ ਕੋਲੋਂ ਘੱਟ ਚਾਰਜ ਕਰਨਗੇ। ਜੇ ਮੰਨ ਲਓ ਕਿ ਰਿਟਰਨਸ ਵਧੀਆ ਨਹੀਂ ਆ ਰਹੀਆਂ ਹੈਗੀਆਂ ਤਾਂ ਇੰਸ਼ੋਰੈਂਸ ਕੰਪਨੀ ਕੀ ਪ੍ਰੀਮੀਅਮ ਹਾਇਰ ਕਰ ਦੇਗੀ, ਕਿਉਂਕਿ ਕੰਪਨੀ ਨੇ ਆਪਣਾ ਸਾਰਾ, ਜਿਵੇਂ ਆਪਾਂ ਪਿੱਛੇ ਗੱਲ ਕੀਤੀ ਸੀ, ਸਾਰੀਆਂ ਚੀਜ਼ਾਂ ਨੂੰ ਉਹਨੇ ਮੇਨਟੇਨ ਕਰਨਾ ਹੈਗਾ। ਅਤੇ ਜੇ ਮੰਨ ਲਓ ਉਹ ਕੰਪਨੀ ਪੈਸੇ ਕਿਤੇ ਇਨਵੈਸਟ ਕਰ ਰਹੀ ਹੈ, ਉਹਨੂੰ ਅੱਛਾ ਇੰਟਰਸਟ ਰੇਟ ਮਿਲ ਰਿਹਾ ਹੈਗਾ, ਤਾਂ ਉਹ ਲੋਕਾਂ ਦੇ ਕੋਲੋਂ ਘੱਟ ਪ੍ਰੀਮੀਅਮ ਚਾਰਜ ਕਰੇਗੀ। ਅਤੇ ਜਿਵੇਂ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਐਟ ਪ੍ਰੈਜੈਂਟ ਜਿਹੜਾ ਬਹੁਤ ਲੋ ਇੰਟਰਸਟ ਰੇਟ ਚੱਲ ਰਿਹਾ ਹੈਗਾ, ਅਤੇ ਕੰਪਨੀਆਂ ਜਿਹੜੀਆਂ ਉਹ ਨੋਰਮਲੀ ਬਹੁਤਾ ਪੈਸਾ ਨਹੀਂ ਕਮਾ ਪਾਉਂਦੀਆਂ, ਇਸ ਕਰਕੇ ਉਹ ਪ੍ਰੀਮੀਅਮ ਇਨਕਰੀਜ਼ ਕਰ ਦਿੰਦੇ ਹੈਗੇ ਨੇ। ਇੱਕ ਹੋਰ ਫੈਕਟਰ ਹੁੰਦਾ ਅਤੇ ਪ੍ਰੀਮੀਅਮ ਕਿੰਨਾ ਕਾਸਟ ਕੀਤਾ ਜਾਏਗਾ, ਇਹ ਤੁਸੀਂ ਜ਼ਰੂਰ ਪੜ੍ਹਨਾ
ਇੰਪੈਕਟ ਆਫ ਮੋਡਲ ਪ੍ਰੀਮੀਅਮ, ਇੰਪੈਕਟ ਆਫ ਮੋਡਲ ਫੈਕਟਰ। ਮੋਡਲ ਫੈਕਟਰ ਕੀ ਹੁੰਦਾ ਹੈਗਾ ਕਿ ਨਾਰਮਲੀ ਜਿਹੜਾ ਪ੍ਰੀਮੀਅਮ ਹੁੰਦਾ ਉਹ ਐਨੂਅਲ ਬੇਸ ਹੁੰਦਾ ਹੈਗਾ, ਪਰ ਇੱਕ ਆਪਾਂ ਨੂੰ ਪ੍ਰਿਵਿਲੇਜ ਮਿਲ ਜਾਂਦਾ ਹੈਗਾ ਕਿ ਅਸੀਂ ਇਹਨੂੰ ਜਿਹੜਾ ਪ੍ਰੀਮੀਅਮ ਨੂੰ ਮੰਥਲੀ ਵੀ ਦੇ ਸਕਦੇ ਹਾਂ, ਕੁਆਟਰਲੀ ਦੇ ਸਕਦੇ ਹਾਂ, ਜਾਂ ਹਾਫ ਈਅਰਲੀ ਦੇ ਸਕਦੇ ਹਾਂ। ਅਤੇ ਜੇ ਹੁਣ ਮੰਨ ਲਓ ਕਿ $1000 ਬਣਦਾ ਪ੍ਰੀਮੀਅਮ, ਅਤੇ ਜੇ ਉਹ ਬੰਦੇ ਨੇ ਮੰਥਲੀ ਦੇਣਾ ਤਾਂ ਫਿਰ ਕੰਪਨੀ ਥੋੜ੍ਹਾ ਜਿਹਾ ਜ਼ਿਆਦਾ ਚਾਰਜ ਕਰਦੀ ਹੈ। ਜ਼ਿਆਦਾ ਚਾਰਜ ਇਸ ਕਰਕੇ ਕਰਦੀ ਹੈਗੀ ਹੈ ਕਿ ਕਿੱਥੇ ਕੰਪਨੀ ਨੇ ਸਾਰਾ ਐਡਵਾਂਸ ਲੈਣਾ ਸੀ, ਅਤੇ ਕਿੱਥੇ ਉਹ ਕਹਿ ਰਹੀ ਹੈ ਠੀਕ ਹੈ ਤੂੰ ਮੈਨੂੰ 12 ਮਹੀਨਿਆਂ ਦੇ ਵਿੱਚ ਪੇ ਕਰ ਦੇ, ਅਤੇ ਦੈਟ ਮੀਨਸ ਕੰਪਨੀ ਨੂੰ ਉਹਦੀ ਕੋਸਟ ਪਏਗੀ। ਜੇ ਉਹ 1000 ਇਕੱਠਾ ਉਹਨੂੰ ਮਿਲ ਜਾਂਦਾ ਤਾਂ ਉਹ ਇਨਵੈਸਟ ਕਿਤੇ ਕਰ ਸਕਦੀ ਹੈਗੀ ਆ। ਅਤੇ ਜਦੋਂ ਉਹ ਫਿਰ ਮੰਥਲੀ ਆਪਾਂ ਲੈਂਦੇ ਹਾਂ ਤਾਂ ਥੋੜ੍ਹਾ ਜਿਹਾ ਫਿਰ ਪ੍ਰੀਮੀਅਮ ਉਹ ਜ਼ਿਆਦਾ ਚਾਰਜ ਕਰਦੇ ਨੇ। ਜਾਂ ਆਪਾਂ ਐਂ ਕਹਿ ਲਈਏ ਕਿ ਜੇ ਮੰਨ ਲਓ ਹੁਣ ਬੈਂਕ ਦੇ ਵਿੱਚੋਂ ਆਪਾਂ ਪੈਸੇ ਵਿਡਰਾਅ ਕਰਦੇ, ਇੰਸ਼ੋਰੈਂਸ ਕੰਪਨੀ ਮੰਥਲੀ ਜਿਹੜਾ ਵਿਡਰਾਅ ਕਰਨੇ ਨੇ, ਜੇ ਕੰਪਨੀ ਸਾਲ ਦੇ ਵਿੱਚ ਇੱਕ ਵਾਰੀ ਪ੍ਰੀਮੀਅਮ ਬੈਂਕ ਕੋਲੋਂ ਵਿਡਰਾਅ ਕਰਦੀ ਹੈ ਤਾਂ ਉਹਨੂੰ ਇੱਕ ਵਾਰੀ ਖਰਚਾ ਪਏਗਾ। ਜੇ ਉਹਨੂੰ 12 ਵਾਰੀ ਕਰਦੀ ਹੈ ਤਾਂ 12 ਵਾਰੀ ਖਰਚਾ ਪਏਗਾ, ਭਾਵੇਂ $3 $4 ਜੋ ਵੀ ਉਹਨੂੰ ਪਰ ਟ੍ਰਾਂਜੈਕਸ਼ਨ ਪੈਂਦਾ ਇੰਸ਼ੋਰੈਂਸ ਕੰਪਨੀ ਨੂੰ, ਅਤੇ ਉਹਨਾਂ ਨੇ ਕਲਾਇੰਟ 'ਤੇ ਹੀ ਪਾਉਣਾ ਹੈਗਾ, ਅਤੇ ਉਹ ਮੋਡਲ ਫੈਕਟਰ ਜਿਹੜਾ ਵਿੱਚ ਐਡ ਕਰ ਦਿੱਤਾ ਜਾਂਦਾ ਹੈਗਾ। ਅਤੇ ਜਿਵੇਂ ਮੰਨ ਲਓ ਕਿ ਜੇ ਮੰਥਲੀ ਦੇਣਾ ਹੈਗਾ ਅਤੇ ਜੋ ਪ੍ਰੀਮੀਅਮ ਹੈਗਾ ਉਹਦਾ 0.087 'ਤੇ ਜਿਹੜਾ ਹੈ ਉਹ ਕੈਲਕੂਲੇਟ ਕਰਕੇ ਵੀ ਆਹ ਰੇਂਜ ਦਿੱਤੀ ਹੋਈ ਹੈ ਵੀ ਇਹ ਮੋਡਲ ਫੈਕਟਰ ਨੂੰ ਜੇ ਆਪਾਂ, ਸੋ ਮੰਨ ਲਓ ਕਿ $1000 ਜਿਹੜਾ ਹੈ ਸਾਲ ਦਾ ਪ੍ਰੀਮੀਅਮ ਬਣਦਾ ਹੈਗਾ, ਅਤੇ ਜੇ ਮੋਡਲ ਫੈਕਟਰ ਉਹ 0.087 ਆਪਾਂ ਲਗਾ ਲੈਣਾ ਬੇਸਿਕ, ਅਤੇ ਉਹ ਕਹਿੰਦੇ ਕਿ ਹੁਣ ਤੁਸੀਂ $87 ਮਹੀਨੇ ਦੇ ਦੇਣੇ ਨੇ ਵੀ ਜੇ ਤੁਸੀਂ $1000 ਜੇ ਤੁਸੀਂ ਐਨੂਅਲ ਦੇਣੇ ਤਾਂ $1000 ਦੇ ਦਿਓ, ਜੇ ਤੁਸੀਂ ਮੰਥਲੀ ਦੇਣੇ ਅਤੇ $87 ਦੇਣੇ ਨੇ। ਹੁਣ ਜੇ ਆਪਾਂ ਵੇਖੀਏ ਕਿ 12 ਮਹੀਨਿਆਂ ਦੇ ਵਿੱਚ ਕਿੰਨੇ ਚਲੇ ਜਾਂਦੇ ਹੈਗੇ ਨੇ, ਅਤੇ 12 ਮਹੀਨਿਆਂ ਦੇ 1044 ਚਲੇ ਜਾਂਦੇ ਨੇ। ਦੈਟ ਮੀਨਸ ਕਿ $44 ਜਿਹੜੇ ਹੈਗੇ ਨੇ ਬੰਦੇ ਨੂੰ ਜ਼ਿਆਦਾ ਪੇ ਕਰਨੇ ਪੈਣੇ ਨੇ ਜੇ ਉਹ ਮੰਥਲੀ ਪੇ ਕਰਦਾ ਹੈਗਾ, ਅਤੇ ਇਹਨੂੰ ਆਪਾਂ ਮੋਡਲ ਫੈਕਟਰ ਕਹਿੰਦੇ ਹੈਗੇ ਆ। ਜਦੋਂ ਵੀ ਤੁਹਾਨੂੰ ਕੁਐਸਚਨ ਆਉਣਾ ਤਾਂ ਨਾਲ ਦੀ ਨਾਲ ਜਿਹੜਾ ਮੋਡਲ ਫੈਕਟਰ ਉਹਦਾ ਦਿੱਤਾ ਹੋਣਾ ਹੈਗਾ ਕਿ ਇਹ ਮੋਡਲ ਫੈਕਟਰ ਹੈ ਅਤੇ ਦੱਸੋ ਉਹਦਾ ਪ੍ਰੀਮੀਅਮ ਕਿੰਨਾ ਬਣਦਾ ਹੈਗਾ। ਇਸੇ ਤਰ੍ਹਾਂ ਆਪਾਂ ਹੋਰ ਸਮਝਣ ਵਾਸਤੇ ਕਰਦੇ ਹਾਂ ਕਿ ਜੇ ਮੰਨ ਲਓ ਕਿ ਇਹ ਮੋਡਲ ਫੈਕਟਰ ਹੈਗਾ ਪੁਆਇੰਟ, ਇਹ ਦੱਸਿਆ ਵੀ ਡਿਫਰੈਂਟ ਕੰਪਨੀਆਂ ਡਿਫਰੈਂਟ ਜਿਹੜਾ ਹੈ ਮੋਡਲ ਫੈਕਟਰ ਰੱਖਦੀਆਂ ਨੇ, ਇਸ ਰੇਂਜ ਦੇ ਵਿੱਚ ਨਾਰਮਲੀ ਰੱਖਦੀਆਂ ਹੈਗੀਆਂ। ਜੇ ਮੰਨ ਲਓ ਬੰਦਾ 3 ਮਹੀਨਿਆਂ ਪਿੱਛੋਂ ਦਿੰਦਾ, ਹਰ ਤੀਸਰੇ ਮਹੀਨੇ ਪ੍ਰੀਮੀਅਮ ਦਿੰਦਾ, ਅਤੇ ਫਿਰ ਉਹਦਾ ਮੋਡਲ ਫੈਕਟਰ ਆਪਾਂ ਕਿੱਦਾਂ ਕਰਾਂਗੇ, 1000 ਦੀ ਆਪਾਂ ਐਗਜ਼ਾਮਪਲ ਲੈਂਦੇ ਹੈਗੇ ਹਾਂ ਕਿ ਮੰਨ ਲਓ ਵੀ 1000 ਜਿਹੜਾ ਉਹ ਦਿੱਤਾ ਉਹਨਾਂ ਨੇ, ਜੇ ਐਨੂਅਲ 1000 ਹੈਗਾ, ਅਤੇ ਕੁਆਟਰਲੀ ਜੇ ਉਹਨੇ ਦੇਣਾ ਅਤੇ ਆਪਾਂ ਮਲਟੀਪਲਾਈ 0.26 ਦੇ ਨਾਲ ਕਰਾਂਗੇ ਤਾਂ 260 ਬਣਦੇ ਨੇ। ਦੈਟ ਮੀਨਸ ਕਿ ਉਹਨੇ 4 ਪ੍ਰੀਮੀਅਮ ਦੇਣੇ ਨੇ 3 ਮਹੀਨਿਆਂ ਬਾਅਦ, ਅਤੇ ਜੇ ਇਹ ਹੁਣ ਹੋ ਜਾਣਾ 1040 ਹੋ ਗਿਆ। ਤੁਸੀਂ ਦੇਖੋ ਜੇ ਉਹ ਪੂਰਾ ਸਾਲ ਦਾ ਇਕੱਠਾ ਦਿੰਦਾ ਤਾਂ ਉਹਨੂੰ 1000 ਲੱਗਦਾ, ਜੇ ਮੰਥਲੀ ਕਰਕੇ ਦਿੰਦਾ ਤਾਂ ਉਹਨੂੰ 1044 ਲੱਗ ਰਿਹਾ ਸੀ, ਜੇ ਹੁਣ ਉਹ ਕੁਆਟਰਲੀ ਦਿੰਦਾ ਤਾਂ 1040 ਲੱਗ ਰਿਹਾ, $4 ਦੇ ਇੱਥੇ ਬਚ ਰਹੇ ਹੈਗੇ ਨੇ। ਕਹਿਣ ਤੋਂ ਭਾਵ ਕਿ ਜਿੰਨੀ ਵਾਰੀ ਜ਼ਿਆਦਾ ਅਸੀਂ ਪੇਮੈਂਟ ਚੂਜ਼ ਕਰਾਂਗੇ ਉਨਾ ਜ਼ਿਆਦਾ ਸਾਨੂੰ ਪ੍ਰੀਮੀਅਮ ਪੇ ਕਰਨਾ ਪੈਂਦਾ ਹੈਗਾ, ਅਤੇ ਇਹਨੂੰ ਮੋਡਲ ਫੈਕਟਰ ਕਹਿੰਦੇ ਹੈਗੇ। ਅਤੇ ਜੇ ਨਾ ਸਮਝ ਲੱਗੇ ਦੁਬਾਰਾ ਫਿਰ ਇਹਨੂੰ ਜਿਹੜਾ ਹੈਗਾ ਤੁਸੀਂ ਥੋੜ੍ਹਾ ਜਿਹਾ ਪਿੱਛੇ ਕਰਕੇ ਦੁਬਾਰਾ ਫਿਰ ਸੁਣ ਲਓਗੇ, ਸਮਝ ਲੱਗ ਜਾਏਗੀ। ਪਰ ਇਹ ਜਿਹੜਾ ਕੁਐਸਚਨ ਆਉਣ ਦੀ ਜਿਹੜੀ ਹੈ ਸੰਭਾਵਨਾ ਹੁੰਦੀ ਹੈਗੀ ਆ। ਇਹ ਐਗਜ਼ਾਮਪਲ ਪੜ੍ਹੋਗੇ ਜਿਹੜੀ ਮੈਂ ਗੱਲ ਕੀਤੀ ਹੈ ਤਾਂ ਉਹਦੇ ਤੁਹਾਨੂੰ ਸਮਝ ਲੱਗ ਜਾਏਗਾ। ਪ੍ਰੀਮੀਅਮ ਆਪਸ਼ਨਸ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ, ਔਨਗੋਇੰਗ ਪ੍ਰੀਮੀਅਮ ਵੀ ਜਿੰਨੇ ਚਿਰ ਪਾਲਿਸੀ ਚੱਲਦੀ ਉਨੇ ਚਿਰ ਦੇਈ ਜਾਓ, ਸਿੰਗਲ ਪ੍ਰੀਮੀਅਮ ਵੀ ਹੁੰਦੀਆਂ, ਬਹੁਤੀਆਂ ਪਾਪੂਲਰ ਨਹੀਂ ਹੈਗੀਆਂ ਕੈਨੇਡਾ ਦੇ ਵਿੱਚ, ਇੰਡੀਆ ਦੇ ਵਿੱਚ ਹੁੰਦੀਆਂ ਸੀ ਇਹ ਸਿੰਗਲ ਪ੍ਰੀਮੀਅਮ, ਵੀ ਇਕੱਠਾ ਪ੍ਰੀਮੀਅਮ ਜਿਹੜਾ ਤੁਸੀਂ ਦੇ ਦਿੱਤਾ। ਅਤੇ ਸਿੰਗਲ ਪ੍ਰੀਮੀਅਮ ਦਾ ਮਤਲਬ ਜੇ $1,00,000 ਦੀ ਜੇ ਇੰਸ਼ੋਰੈਂਸ ਹੋਵੇ ਅਤੇ ਕਈ ਵਾਰੀ ਹੁੰਦਾ ਕਿ ਠੀਕ ਹੈ 95,000 ਦੇ ਦਿਓ, ਇੱਦਾਂ ਮਤਲਬ ਸਿੰਗਲ ਪ੍ਰੀਮੀਅਮ ਪਾਲਿਸੀਜ਼ ਹੁੰਦੀਆਂ ਸੀ ਇੰਡੀਆ ਦੇ ਵਿੱਚ। ਇੱਥੇ ਬਹੁਤੀਆਂ ਮੈਂ ਸੁਣੀਆਂ ਨਹੀਂ ਹੈਗੀਆਂ, ਅਤੇ ਨਾ ਹੀ ਮੈਨੂੰ ਲੱਗਦਾ ਇੱਥੇ ਹੁੰਦੀਆਂ, ਹੋ ਸਕਦਾ ਪਹਿਲਾਂ ਕਿਤੇ ਹੁੰਦੀਆਂ ਹੁਣ। ਅਤੇ ਲਿਮਟਿਡ ਪੇਮੈਂਟ ਹੋਲ ਲਾਈਫ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਸਾਰੀ ਉਮਰ ਵਾਸਤੇ ਜਿਹੜੀ ਇੰਸ਼ੋਰੈਂਸ ਹੁੰਦੀ ਹੈ, ਪਰ ਪ੍ਰੀਮੀਅਮ ਸਾਰੀ ਉਮਰ ਦੇਣ ਦੀ ਲੋੜ ਨਹੀਂ ਹੁੰਦੀ, ਤੁਹਾਡੇ ਕੋਲ ਆਪਸ਼ਨਸ ਹੁੰਦੀਆਂ। ਤੁਸੀਂ 10 ਪੇ ਕਰ ਸਕਦੇ ਹੈਗੇ ਹੋ, 20 ਈਅਰਸ ਪੇ ਕਰ ਸਕਦੇ ਹੈਗੇ ਹੋ, ਜਾਂ ਤੁਸੀਂ 65 ਏਜ ਤੱਕ ਪੇ ਕਰ ਸਕਦੇ ਹੈਗੇ, ਜਾਂ 100 ਈਅਰ ਤੱਕ ਵੀ ਪੇ ਕਰ ਸਕਦੇ ਹੈਗੇ ਹੋ, ਪਰ ਕਵਰੇਜ ਜਿਹੜੀ ਹੈ ਸਾਡੀ ਸਾਰੀ ਉਮਰ ਹੀ ਰਹਿੰਦੀ ਹੈਗੀ ਆ। ਅਤੇ ਲਿਮਟਿਡ ਔਨਗੋਇੰਗ ਪ੍ਰੀਮੀਅਮ ਦਾ ਮਤਲਬ ਤੁਸੀਂ ਸਮਝ ਗਏ ਹੈਗੇ ਹੋ, ਮੈਂ ਬਹੁਤਾ ਟਾਈਮ ਨਹੀਂ ਲਵਾਂਗਾ। ਅਤੇ ਸਿੰਗਲ ਪ੍ਰੀਮੀਅਮ ਵੀ ਤੁਸੀਂ ਸਮਝ ਗਏ ਹੈਗੇ ਹੋ।
ਤੇ ਲਿਮਟਿਡ ਪੇ ਦਾ ਮਤਲਬ 10 ਸਾਲ 20 ਸਾਲ ਜਿਹੜਾ ਹੈ ਜਾਂ 65 ਏਜ ਤੱਕ ਜਾਂ ਏਜ 100 ਤੱਕ ਤੁਸੀਂ ਜਿਹੜਾ ਪੇ ਕਰਨਾ ਚੂਜ਼ ਕਰ ਸਕਦੇ ਹੈਗੇ ਹੋ। ਡੈਥ ਬੈਨੀਫਿਟ ਜਿਹੜੀਆਂ ਆਪਸ਼ਨਸ ਕਿਹੜੀਆਂ ਹੁੰਦੀਆਂ ਹੈਗੀਆਂ ਕਿ ਇੱਕ ਤਾਂ ਹੁੰਦਾ ਗਰੰਟਡ ਹੋਲ ਲਾਈਫ, ਵੀ ਜੇ ਤੁਸੀਂ $5 ਲੱਖ ਦੀ ਇੰਸ਼ੋਰੈਂਸ ਕਰਾਈ ਹੈ ਅਤੇ ਤੁਹਾਨੂੰ ਜਿਹੜੀ ਹੈ ਉਹ 5 ਲੱਖ ਇਕੱਠੀ ਜਿਹੜੀ ਹੈ ਮਿਲ ਜਾਂਦਾ ਹੈਗਾ, ਤੁਹਾਡੇ ਬੈਨੀਫਿਸ਼ੀਅਰੀ ਨੂੰ ਜਿਹੜਾ ਮਿਲ ਜਾਂਦਾ ਹੈਗਾ। ਐਡਜਸਟੇਬਲ ਹੋਲ ਲਾਈਫ ਦਾ ਮਤਲਬ ਤੁਸੀਂ ਡਿਕਰੀਜ਼ਿੰਗ ਜਾਂ ਇਨਕਰੀਜ਼ਿੰਗ ਜਿਹੜੀ ਹੈ ਉਹ ਪਾਲਿਸੀ ਲੈ ਸਕਦੇ ਹੈਗੇ, ਅਤੇ ਉਸ ਹਿਸਾਬ ਨਾਲ ਜਿਹੜਾ ਤੁਹਾਨੂੰ ਜੋ ਵੀ ਐਡਜਸਟਡ ਵੈਲਿਊ ਹੋਏਗੀ ਉਹ ਮਿਲਣੀ ਹੈਗੀ ਆ। ਇਹ ਜਿਵੇਂ ਪ੍ਰੀਮੀਅਮ ਐਡਜਸਟੇਬਲ ਦੀ ਜਿਹੜੀ ਹੈ ਉਹ ਐਗਜ਼ਾਮਪਲ ਦਿੱਤੀ ਹੋਈ ਆ ਕਿ ਕੰਪਨੀ ਨੇ ਜਦੋਂ ਕੀਤਾ ਅਤੇ ਉਦੋਂ 'ਤੇ ਉਹਨਾਂ ਨੇ 10 ਸਾਲ ਦੀ ਪਾਲਿਸੀ ਵਾਸਤੇ ਜਿਹੜਾ ਪ੍ਰੀਮੀਅਮ ਸੀ 6500 ਸੀ, ਪਰ ਕੰਪਨੀ ਨੇ ਵੇਖਿਆ ਵੀ ਕਲੇਮ ਘੱਟ ਆ ਰਹੇ ਨੇ ਅਤੇ ਉਹਨਾਂ ਨੇ ਬਾਅਦ 'ਚ ਐਡਜਸਟ ਵੀ ਕਰ ਦਿੱਤਾ ਅਤੇ ਅਗਲੇ ਜਿਹੜੇ 10 ਈਅਰਸ ਵਾਸਤੇ ਉਹਨਾਂ ਨੇ ਉਹਦਾ ਰਿਡਿਊਸ ਕਰ ਦਿੱਤਾ। ਕਈ ਵਾਰੀ ਕੀ ਹੁੰਦਾ ਕਿ ਕਲੇਮ ਜ਼ਿਆਦਾ ਆ ਜਾਂਦੇ ਹੈਗੇ ਨੇ ਅਤੇ ਉਹ ਫਿਰ ਉਹਨਾਂ ਨੇ ਪ੍ਰੀਮੀਅਮ ਵਧਾ ਦਿੱਤਾ ਇਸ ਕੇਸ ਦੇ ਵਿੱਚ, ਅਤੇ ਇਹ ਐਡਜਸਟੇਬਲ ਇਹਨੂੰ ਕਹਿੰਦੇ ਹੈਗੇ ਆ। ਵੀ ਨੋਰਮਲੀ ਤਾਂ ਵੈਸੇ ਫਿਕਸਡ ਹੁੰਦੇ ਨੇ, ਗਰੰਟਡ ਹੁੰਦਾ, ਲੈਵਲਡ ਹੁੰਦੀਆਂ ਹੈਗੀਆਂ, ਪਰ ਇਹ ਜਿਹੜੇ ਐਡਜਸਟੇਬਲ ਹੋਲ ਲਾਈਫ ਪਾਲਿਸੀਆਂ ਵੀ ਜਿਹੜੀਆਂ ਹੁੰਦੀਆਂ ਹੈਗੀਆਂ। ਵਾਈਲ ਐਡਜਸਟੇਬਲ ਹੋਲ ਲਾਈਫ ਪਾਲਿਸੀ ਨੋ ਲੋਂਗਰ ਕਾਮਨ ਇਨ ਕੈਨੇਡਾ, ਇਹ ਲਿਖਿਆ ਹੈ ਨਾ, ਵਾਈਲ ਵੀ ਜ਼ਿਆਦਾ ਕਾਮਨ ਨਹੀਂ ਹੈਗੀਆਂ। ਜਿਹੜੀ ਚੀਜ਼ ਕਾਮਨ ਨਾ ਹੋਵੇ ਉਹਦਾ ਮੈਨੂੰ ਲੱਗਦਾ ਕੋਈ ਕੁਐਸਚਨ ਵੀ ਨਹੀਂ ਆਉਣਾ ਹੈਗਾ, ਅਤੇ ਪੁਰਾਣੀ ਗੱਲ ਸੀ ਕਿਉਂਕਿ ਅੱਜ ਕੱਲ੍ਹ ਸੋਫਟਵੇਅਰ ਇੰਨੇ ਜ਼ਿਆਦਾ, ਡਾਟਾ ਇੰਨਾ ਜ਼ਿਆਦਾ ਹੈਗਾ ਕਿ ਪਹਿਲਾਂ ਹੀ ਪਤਾ ਹੁੰਦਾ ਕਿ ਬੰਦੇ ਨੇ ਕਿੰਨਾ ਚਿਰ ਜੀਣਾ ਹੈਗਾ, ਕਿਹੜੀ ਪ੍ਰੋਬਲਮ ਆ ਸਕਦੀ। ਅੱਜ ਕੱਲ੍ਹ ਡਾਟਾ ਬਹੁਤ ਅਵੇਲੇਬਲ ਹੈਗਾ, ਇਸ ਕਰਕੇ ਐਡਜਸਟ ਕਰਨ ਦੀ ਲੋੜ ਨਹੀਂ ਹੈਗੀ। ਪਹਿਲਾਂ ਹੁੰਦਾ ਸੀ ਕਿ ਅਚਾਨਕ ਕੋਈ ਬਿਮਾਰੀ ਫੈਲ ਗਈ, ਅਚਾਨਕ ਡੈਥਸ ਹੋ ਗਈਆਂ ਅਤੇ ਕੰਪਨੀ ਨੂੰ ਲਾਸ ਵਿੱਚ ਜਾਣਾ ਪਿਆ, ਅਤੇ ਫਿਰ ਉਹਨੇ ਐਡਜਸਟ ਕਰਨ ਦੀ ਇੱਕ ਪ੍ਰੋਵੀਜ਼ਨ ਰੱਖੀ ਹੁੰਦੀ ਸੀ, ਪਰ ਹੁਣ ਇੰਨਾ ਜ਼ਿਆਦਾ ਕਾਮਨ ਨਹੀਂ ਹੈ। ਨੋਨ ਪਾਰਟੀਸਪੇਟਿੰਗ ਵਰਸਿਸ ਪਾਰਟੀਸਪੇਟਿੰਗ ਪਾਲਿਸੀ, ਇਹ ਥੋੜ੍ਹਾ ਜਿਹਾ ਤੁਹਾਨੂੰ ਕਨਫਿਊਜ਼ ਕਰੇਗੀ ਪਾਲਿਸੀ। ਜ਼ਿਆਦਾ ਕਰਕੇ ਪਾਲਿਸੀਆਂ ਜਿਵੇਂ ਨੋਨ ਪਾਰਟੀਸਪੇਟਿੰਗ ਹੁੰਦੀਆਂ, ਜਿਵੇਂ ਮੈਂ ਹੋਲ ਲਾਈਫ ਦੀ ਗੱਲ ਕਰਤੀ, ਤਾਂ ਹੋਲ ਲਾਈਫ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੇ ਕੰਪਨੀ ਨੇ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਕਿ ਇੰਨਾ ਤੁਸੀਂ ਪ੍ਰੀਮੀਅਮ ਦੇਣਾ ਅਤੇ ਇੰਨਾ ਜਿਹੜਾ ਹੈਗਾ ਤੁਹਾਨੂੰ ਡੈਥ ਬੈਨੀਫਿਟ ਮਿਲਣਾ ਹੈਗਾ, ਫਿਕਸ ਹੈਗਾ। ਜੇ ਤੁਸੀਂ ਸਰੈਂਡਰ ਕਰਦੇ ਹੋ ਤਾਂ ਇੰਨੇ ਸਾਲਾਂ ਬਾਅਦ ਜਿਹੜੀ ਹੈ ਇੰਨੀ ਤੁਹਾਨੂੰ ਉਹਦੀ ਵੈਲਿਊ ਮਿਲ ਸਕਦੀ ਹੈਗੀ ਕਿ ਐਵਰੀਥਿੰਗ ਇਜ਼ ਫਿਕਸਡ, ਗਰੰਟਿਡ ਹੈਗਾ। ਕੰਪਨੀ ਜਿਹੜੀ ਹੈਗੀ ਆ ਉਹ ਜਿਹੜਾ ਪ੍ਰੋਫਿਟ ਘੱਟ ਕਮਾ ਰਹੀ ਹੈ ਜ਼ਿਆਦਾ ਕਮਾ ਰਹੀ ਹੈ, ਇਹਦੇ ਨਾਲ ਜਿਹੜਾ ਪਾਲਿਸੀ ਓਨਰ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਤੋ ਇਸ ਤਰ੍ਹਾਂ ਜਿਹੜਾ ਇਸ ਤਰ੍ਹਾਂ ਦੀ ਜਿਹੜੀਆਂ ਪਾਲਿਸੀਆਂ ਉਹਨੂੰ ਆਪਾਂ ਨੋਨ ਪਾਰਟੀਸਪੇਟਿੰਗ ਪਾਲਿਸੀਜ਼ ਕਹਿੰਦੇ ਕਿ ਪ੍ਰੋਫਿਟ ਦੇ ਵਿੱਚ ਜਾਂ ਲਾਸ ਦੇ ਵਿੱਚ ਪਾਰਟੀਸਪੇਟ ਬੰਦਾ ਨਹੀਂ ਕਰ ਰਿਹਾ ਹੈਗਾ। ਦੂਸਰੀ ਤਰ੍ਹਾਂ ਦੀਆਂ ਪਾਲਿਸੀਜ਼ ਹੁੰਦੀਆਂ ਪਾਰਟੀਸਪੇਟਿੰਗ ਪਾਲਿਸੀਆਂ, ਬੰਦਾ ਕਹਿੰਦਾ ਕਿ ਮੈਨੂੰ ਗਰੰਟਿਡ ਕੁਛ ਨਹੀਂ ਚਾਹੀਦਾ ਹੈਗਾ, ਮੈਂ ਤਾਂ ਇਹ ਕਹਿੰਦਾ ਕਿ ਕੰਪਨੀ ਜਿੰਨਾ ਪੈਸਾ ਕਮਾਉਂਦੀ ਹੈਗੀ ਆ ਉਹਦਾ ਜਿਹੜਾ ਪਰਸੈਂਟੇਜ ਮੇਰਾ ਬਣਦਾ ਹੈਗਾ ਮੈਂ ਉਹਦੇ 'ਚ ਪਾਰਟੀਸਪੇਟ ਕਰਾਂਗਾ, ਵੀ ਆਪਾਂ ਨੂੰ ਜਿੰਨਾ ਮੇਰਾ ਸ਼ੇਅਰ ਬਣਦਾ ਹੈਗਾ, ਜਿਹਨੂੰ ਆਪਾਂ ਡਿਵੀਡੈਂਡ ਵੀ ਕਹਿ ਦਿੰਦੇ ਹੈਗੇ ਜਾਂ ਬੋਨਸ ਵੀ ਕਹਿ ਦਿੰਦੇ ਹੈਗੇ, ਜਿਹੜਾ ਬੋਨਸ ਮਿਲਦਾ ਹੈਗਾ ਇੰਸ਼ੋਰੈਂਸ ਕੰਪਨੀ 'ਤੇ ਉਹ ਫਿਕਸ ਨਹੀਂ ਹੈਗਾ, ਕੰਪਨੀ ਹਰ ਸਾਲ ਡਿਕਲੇਅਰ ਕਰਦੀ ਹੈਗੀ ਆ, ਅਤੇ ਤੁਸੀਂ ਦੋਨਾਂ ਦੇ ਵਿੱਚ ਜਿਹੜੀ ਹੈ ਕੋਈ ਵੀ ਚੀਜ਼ ਚੂਜ਼ ਕਰ ਸਕਦੇ ਹੈਗੇ ਹੋ। ਪਰ ਜ਼ਿਆਦਾ ਕਰਕੇ ਜਿਹੜੀਆਂ ਨੋਨ ਪਾਰਟੀਸਪੇਟਿੰਗ ਪਾਲਿਸੀਜ਼ ਹੀ ਹੁੰਦੀਆਂ, ਪਰ ਪਾਰਟੀਸਪੇਟਿੰਗ ਪਾਲਿਸੀਆਂ ਵੀ ਕਾਫੀ ਕਾਮਨ ਹੈਗੀਆਂ ਅੱਜ ਦੀ ਡੇਟ 'ਚ ਵੀ। ਅਤੇ ਇਹ ਜਿਹੜਾ ਪ੍ਰੋਫਿਟ ਆ ਕੰਪਨੀ ਦਾ ਫਿਕਸ ਨਹੀਂ ਹੁੰਦਾ, ਕਦੇ ਘੱਟ ਵੱਧ ਵੀ ਸਕਦਾ ਹੈਗਾ, ਵੀ ਇਨਵੈਸਟਮੈਂਟਸ ਜਿਹੜੀਆਂ ਹਨ ਰਿਟਰਨ ਜ਼ਿਆਦਾ ਵੀ ਹੋ ਸਕਦੀਆਂ ਘੱਟ ਵੀ ਹੋ ਸਕਦੀਆਂ, ਐਡਮਿਨਿਸਟ੍ਰੇਟਿਵ ਐਕਸਪੈਂਸਿਸ ਜਿਹੜੇ ਹਨ ਘੱਟ ਵੀ ਹੋ ਸਕਦੇ ਨੇ ਜ਼ਿਆਦਾ ਵੀ ਹੋ ਸਕਦੇ ਨੇ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਟਰ ਕਰਦੀਆਂ ਕਿ ਤੁਹਾਨੂੰ ਪ੍ਰੋਫਿਟ ਘੱਟ ਹੋਏਗਾ ਜਾਂ ਵੱਧ ਹੋਏਗਾ। ਜਿਹੜੀਆਂ ਨੋਨ ਪਾਰਟੀਸਪੇਟਿੰਗ ਉਹਦੇ ਵਿੱਚ ਤੁਹਾਨੂੰ ਗਰੰਟਿਡ ਮਿਲ ਰਿਹਾ ਹੈਗਾ। ਇਹ ਨੋਨ ਪਾਰਟੀਸਪੇਟਿੰਗ ਪਾਲਿਸੀ ਜਿਹੜੀ ਮੈਂ ਜਿਵੇਂ ਦੱਸਿਆ ਪਾਰਟੀਸਪੇਟਿੰਗ ਪਾਲਿਸੀ, ਇਹਦੇ ਵਿੱਚ ਜਿਵੇਂ ਤੁਹਾਨੂੰ ਡਿਵੀਡੈਂਡਸ ਮਿਲਦੇ ਹੈਗੇ ਨੇ, ਅਤੇ ਡਿਵੀਡੈਂਡਸ ਕਿਸ ਤਰ੍ਹਾਂ ਤੁਸੀਂ ਲੈਣੇ ਨੇ। ਮੰਨ ਲਓ ਜਿਹੜਾ ਤੁਹਾਨੂੰ ਬੋਨਸ ਜਾਂ ਡਿਵੀਡੈਂਡ ਮਿਲਦਾ ਹੈਗਾ, ਡਿਵੀਡੈਂਡ ਮਿਲਦਾ ਹੈ, ਉਹ ਤੁਸੀਂ ਕਿਸ ਤਰ੍ਹਾਂ ਕੰਪਨੀ ਕੋਲ ਲੈਣੀ ਹੈ, ਉਹਦੀ ਅੱਗੇ ਜਿਹੜੀਆਂ ਆਪਸ਼ਨਸ ਆਉਂਦੀਆਂ ਹੈਗੀਆਂ। ਡਿਵੀਡੈਂਡ ਪੇਮੈਂਟ ਆਪਸ਼ਨਸ ਕੀ ਹੈਗੀਆਂ ਕਿ ਮੰਨ ਲਓ ਕਿ ਕੰਪਨੀ ਨੇ ਤੁਹਾਨੂੰ 1 ਸਾਲ ਬਾਅਦ ਉਹਨੇ $500 ਤੁਹਾਡਾ ਡਿਵੀਡੈਂਡ ਬਣਦਾ ਜਾਂ ਬੋਨਸ ਬਣਦਾ, ਤਾਂ ਉਹਦੇ ਵਿੱਚ ਤੁਸੀਂ ਇਹ ਪਹਿਲਾਂ ਜਦੋਂ ਪਾਲਿਸੀ ਲੈਂਦੇ ਹੋ ਤਾਂ 5-6 ਤਰ੍ਹਾਂ ਦੀ ਆਪਸ਼ਨਸ ਹੁੰਦੀਆਂ ਜਿਹਦੇ ਵਿੱਚ ਤੁਸੀਂ ਚੂਜ਼ ਕਰਨਾ। ਇੱਕ ਤਾਂ ਤੁਸੀਂ ਕਹਿੰਦੇ ਕਿ ਜਿਹੜਾ ਮੇਰਾ 500 ਬਣਨਾ 1000 ਜੋ ਵੀ ਮੈਨੂੰ ਬੋਨਸ ਹੈਗਾ ਮੈਨੂੰ ਤੁਸੀਂ ਕੈਸ਼ ਦੇ ਦਿਓ, ਉਹ ਕਹਿੰਦੇ ਠੀਕ ਹੈ। ਜਾਂ ਉਹ ਕਹਿੰਦੇ ਕਿ ਮੰਨ ਲਓ ਵੀ ਮੈਂ $1000 ਪ੍ਰੀਮੀਅਮ ਦੇ ਰਿਹਾ, ਮੇਰਾ 500 ਬੋਨਸ ਬਣ ਰਿਹਾ, ਤਾਂ ਤੁਸੀਂ ਮੇਰੇ ਕੋਲ ਜਿਹੜਾ ਪ੍ਰੀਮੀਅਮ ਘੱਟ ਲੈ ਲਓ, ਅਤੇ ਮੇਰੇ ਪ੍ਰੀਮੀਅਮ 'ਚ ਮਾਈਨਸ ਕਰ ਲਓ ਅਤੇ ਪ੍ਰੀਮੀਅਮ ਰਿਡਿਊਸ ਕਰਕੇ ਲੈ ਲਓ।
ਐਕਿਊਮੂਲੇਸ਼ਨ ਕਿ ਬੰਦਾ ਕਹਿੰਦਾ ਕਿ ਨਾ ਤਾਂ ਮੈਂ ਕੈਸ਼ ਲੈਣਾ, ਨਾ ਮੇਰਾ ਪ੍ਰੀਮੀਅਮ ਘੱਟ ਕਰੋ, ਮੇਰੇ ਇਕੱਠੇ ਕਰੀ ਜਾਓ ਪੈਸੇ, ਜਦੋਂ ਮੈਨੂੰ ਲੋੜ ਹੋਏਗੀ ਮੈਂ ਲੈ ਲਾਂਗਾ। ਪੇਡ ਅਪ ਐਡੀਸ਼ਨ ਦੇ ਵਿੱਚ ਕੀ ਹੁੰਦਾ ਹੈਗਾ ਕਿ ਇਹ ਹੋਲ ਲਾਈਫ ਪਾਲਿਸੀ ਹੈਗੀ ਆ ਕਿ 500, ਉਹ ਬੰਦਾ ਕਹਿੰਦਾ ਮੈਨੂੰ 500 ਦੀ ਨਹੀਂ ਲੋੜ ਹੈਗੀ, ਮੈਂ ਜਿਹੜੀ ਪਾਲਿਸੀ ਲਈ ਸੀ ਜਿੰਨੀ ਅਮਾਊਂਟ ਦੀ ਮੈਨੂੰ ਚਾਹੀਦੀ ਸੀ ਉਨੀ ਅਮਾਊਂਟ ਦੀ ਮੈਂ ਲਈ ਨਹੀਂ, ਕਿਉਂਕਿ ਮੇਰੀ ਪੇਇੰਗ ਕਪੈਸਿਟੀ ਇੰਨੀ ਵਧੀਆ ਨਹੀਂ ਸੀ ਹੈਗੀ। ਜਾਂ ਕੀ ਹੋਇਆ ਕਿ ਬੰਦੇ ਦੀ ਬਾਅਦ 'ਚ ਲਾਇਬਿਲਿਟੀ ਕੋਈ ਐਡ ਹੋ ਗਈ, ਪਹਿਲਾਂ ਉਹਨੇ ਛੋਟਾ ਘਰ ਲਿਆ ਸੀ, ਬਾਅਦ 'ਚ ਉਹਨੇ ਵੱਡਾ ਘਰ ਲੈ ਲਿਆ, ਮੌਰਗੇਜ ਜ਼ਿਆਦਾ ਹੋ ਗਈ, ਤਾਂ ਉਹ ਕਹਿੰਦਾ ਕਿ ਹੁਣ ਮੈਂ ਚਾਹੁੰਦਾ ਹੈਗਾ ਕਿ ਜਿਹੜਾ ਤੁਸੀਂ ਮੈਨੂੰ $500 ਜਾਂ ਵਟ ਐਵਰ ਜਿਹੜੀ ਅਮਾਊਂਟ ਬਣਦੀ ਹੈਗੀ ਤੁਸੀਂ ਮੈਨੂੰ ਬੋਨਸ ਦੇਣਾ ਸੀ, ਉਹਦੀ ਮੈਨੂੰ ਤੁਸੀਂ ਹੋਲ ਲਾਈਫ ਪੇਡ ਅਪ ਐਡੀਸ਼ਨ ਮੈਨੂੰ ਪਾਲਿਸੀ ਦੇ ਦਿਓ। ਤੁਸੀਂ ਪ੍ਰੀਮੀਅਮ ਮੈਂ ਇੱਕ ਵਾਰੀ ਪੇ ਕਰਨਾ, ਪਰ ਸਾਰੀ ਉਮਰ ਵਾਸਤੇ ਜਿਹੜੀ ਹੈਗੀ ਮੇਰੀ ਹੋਲ ਲਾਈਫ ਪੇਡ ਅਪ ਐਡੀਸ਼ਨ ਉਹਦੇ 'ਚ ਕਰ ਦਿਓ। ਤੀਸਰੀ ਚੀਜ਼ ਹੁੰਦੀ ਹੈ ਕਿ ਟਰਮ ਇੰਸ਼ੋਰੈਂਸ। ਮੰਨ ਲਓ ਕਿ ਬੰਦਾ ਕਹਿੰਦਾ ਕਿ ਹੋਲ ਲਾਈਫ ਮੰਨ ਲਓ 500 ਦੀ ਮੈਂ ਲਵਾਂਗਾ ਅਤੇ ਮੈਨੂੰ ਜਿਹੜੀ ਹੈ ਉਹ ਸਿਰਫ ਮਿਲਣੀ $1000 ਦੀ ਮਿਲੇਗੀ, ਅਤੇ ਜੇ ਮੰਨ ਲਓ ਕਿ ਮੈਂ ਟਰਮ ਲੈ ਲੈਣਾ ਤਾਂ ਮੈਨੂੰ ਹੋ ਸਕਦਾ ਕਿ 5000 ਦੀ ਮਿਲ ਜਾਏ। ਅਤੇ ਉਹ ਕਹਿੰਦਾ ਵੀ 1 ਸਾਲ ਦੀ ਮੇਰੀ ਟਰਮ ਐਡ ਕਰ ਦਿਆ ਕਰੋ ਤੁਸੀਂ। ਮੰਨ ਲਓ ਕਿ ਜਿਵੇਂ ਜਿਹੜਾ ਮੈਨੂੰ $500 ਬੋਨਸ ਦੇਣਾ, ਉਹਦੀ ਤੁਸੀਂ ਮੈਨੂੰ ਉਹਦੀ ਜਿੰਨੀ ਵੀ ਇੰਸ਼ੋਰੈਂਸ ਆਉਂਦੀ, ਮੰਨ ਲਓ $5000 ਆਉਂਦੀ ਹੈ, ਅਤੇ 1 ਸਾਲ ਵਾਸਤੇ $5000 ਦੀ ਜਿਹੜੀ 1 ਸਾਲ ਦੀ ਟਰਮ ਉਹਦੇ ਵਿੱਚ ਜਿਹੜੀ ਐਡ ਕਰ ਦਿੰਦੇ ਹੈਗੇ ਨੇ। ਅਤੇ ਇਹ ਅੱਗੇ ਉਹ ਜਿਹੜੀਆਂ ਚੀਜ਼ਾਂ ਸਮਝਾਈਆਂ ਜਿਹਦੀ ਮੈਂ ਗੱਲਬਾਤ ਪਹਿਲਾਂ ਹੀ ਕਰ ਚੁੱਕਿਆ ਹੈਗਾ ਤੁਹਾਡੇ ਨਾਲ। ਪ੍ਰੀਮੀਅਮ ਦੇ ਵਿੱਚ 2 ਤਰ੍ਹਾਂ ਦੇ ਜਿਹੜੇ ਹਨ ਅਮਾਊਂਟ ਹੁੰਦੀ ਹੈ, ਇੱਕ ਹੁੰਦੀ ਕਾਸਟ ਆਫ ਇੰਸ਼ੋਰੈਂਸ, ਦੂਸਰੀ ਹੁੰਦੀ ਹੈਗੀ ਹੈ ਇਨਵੈਸਟਮੈਂਟ ਪੋਰਸ਼ਨ। ਅਤੇ ਜਿਹੜਾ ਇਨਵੈਸਟਮੈਂਟ ਪੈਸੇ ਤੁਸੀਂ ਜਿਹੜੇ ਇਨਵੈਸਟ ਕਰਨੇ ਹੈਗੇ ਨੇ, ਜਿਹੜਾ ਤੁਹਾਡਾ ਮੰਨ ਲਓ ਤੁਸੀਂ $200 ਦਿੰਦੇ ਹੋ, $50 ਤੁਹਾਡੀ ਕਾਸਟ ਆਫ ਇੰਸ਼ੋਰੈਂਸ ਹੈਗੀ ਆ, $150 ਜਿਹੜਾ ਹੈ ਉਹ ਇਨਵੈਸਟਮੈਂਟ ਪੋਰਸ਼ਨ ਹੈਗਾ ਤੁਹਾਡਾ, ਜਿਹਨੂੰ ਤੁਸੀਂ ਇਨਵੈਸਟ ਕਰ ਸਕਦੇ ਹੈਗੇ। ਕਿਉਂਕਿ ਕੰਪਨੀ ਤੁਹਾਨੂੰ ਪੁੱਛਦੀ ਹੈ ਕਿੱਥੇ ਪੈਸੇ ਜਿਹੜੇ ਆ ਇਨਵੈਸਟ ਕੀਤੇ ਜਾਣ, ਅਤੇ 4-5 ਤਰ੍ਹਾਂ ਦੇ ਫੰਡ ਤੁਹਾਡੇ ਕੋਲ ਅਵੇਲੇਬਲ ਹੁੰਦੇ ਨੇ। ਤੁਸੀਂ ਬੌਂਡ ਫੰਡ 'ਚ ਲਗਾਉਣਾ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਇਕਵਿਟੀ ਮਾਰਕੀਟ 'ਚ ਲਗਾਉਣਾ ਚਾਹੁੰਦੇ ਹੋ, ਜਾਂ ਬੈਲੈਂਸ ਲਗਾਉਣਾ ਚਾਹੁੰਦੇ ਹੋ, ਤੁਹਾਡੀਆਂ ਆਪਸ਼ਨਸ ਮਿਲਦੀਆਂ ਹੈਗੀਆਂ। ਅਤੇ ਇੰਸ਼ੋਰੈਂਸ ਕੰਪਨੀ ਦੇ ਵਿੱਚ ਜਿਹੜੇ ਪੈਸੇ ਇਨਵੈਸਟ ਹੁੰਦੇ ਨੇ ਉਹਨਾਂ ਨੂੰ ਆਪਾਂ ਸੈਗਰੀਗੇਟਡ ਫੰਡ ਕਹਿ ਦਿੰਦੇ ਹੈਗੇ ਆ। ਇਹਦੇ ਬਾਰੇ ਕੋਈ ਬਹੁਤਾ ਸਵਾਲ ਤਾਂ ਨਹੀਂ ਆਉਣਾ ਤੁਹਾਨੂੰ ਸੈਗਰੀਗੇਟਡ ਫੰਡ ਦਾ ਪਹਿਲੇ ਚੈਪਟਰ 'ਚ, ਪਰ ਅਗਲੇ ਜਿਹੜੇ ਮੋਡਿਊਲ ਇੱਕ ਹੈਗਾ ਸੈਗਰੀਗੇਟਡ ਫੰਡਸ, ਉਹ ਆਪਾਂ ਪੜ੍ਹਾਂਗੇ ਅਤੇ ਉਹਦੇ 'ਚ ਡਿਟੇਲ 'ਚ ਇਹਦੇ ਬਾਰੇ ਗੱਲ ਕਰਾਂਗੇ। ਪੇਡ ਅਪ ਐਡੀਸ਼ਨ ਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਿਆ ਹੈਗਾ, ਆਸ ਹੈ ਕਿ ਸਮਝ ਲੱਗ ਗਈ ਹੋਏਗੀ। ਅਤੇ ਜੇ ਨਹੀਂ ਤਾਂ ਫਿਰ ਤੁਸੀਂ ਮੈਨੂੰ ਕਮੈਂਟ ਰਾਹੀਂ ਜਿਵੇਂ ਫ਼ੋਨ ਨੰਬਰ 'ਤੇ ਗੱਲ ਕਰਕੇ ਪੁੱਛ ਸਕਦੇ ਹੈਗੇ ਹੋ। ਡਿਵੀਡੈਂਡ ਇਲਸਟ੍ਰੇਸ਼ਨ ਦੀ ਗੱਲ, ਕਿ ਜਦੋਂ ਹੁਣ ਮੰਨ ਲਓ ਕਿ ਮੇਰੇ ਕੋਲ ਬੰਦਾ ਬੈਠਾ, ਮੈਂ ਐਡਵਾਈਜ਼ਰ ਹੈਗਾ, ਮੇਰੇ ਕੋਲ ਕਲਾਇੰਟ ਬੈਠਾ, ਉਹ ਕਹਿੰਦਾ ਵੀ ਯਾਰ ਡਿਵੀਡੈਂਡ ਕਿੰਨੇ ਕੁ ਆਉਣਗੇ, ਮੈਨੂੰ ਕਿੰਨੇ ਕੁ ਪੈਸੇ ਬਣਨਗੇ। ਅਤੇ ਉਹਦੇ 'ਚ ਐਡਵਾਈਜ਼ਰ ਕੀ ਕਰਦੇ ਹੈਗੇ ਨੇ ਕਿ ਕੁਛ ਨਾ ਕੁਛ ਇਲਸਟ੍ਰੇਸ਼ਨ ਉਹਨੂੰ ਸਮਝਾਉਣ ਵਾਸਤੇ ਕੋਈ ਅਜ਼ਿਊਮ ਕਰ ਲੈਂਦੇ ਹੈਗੇ। ਮੰਨ ਲਓ ਕਿ 5% ਆਉਂਦੇ ਨੇ, 3% ਆਉਂਦੇ ਹੈਗੇ ਨੇ, ਅਤੇ ਉਹਦੇ ਹਿਸਾਬ ਨਾਲ ਤੁਹਾਨੂੰ ਕਿੰਨੇ ਕੁ ਪੈਸੇ ਬਣ ਸਕਦੇ ਹੈਗੇ ਨੇ। ਅਤੇ ਇਹ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਮੈਨੂੰ ਲੱਗਦਾ ਹੈਗਾ, ਪਰ ਬੇਸਿਕਲੀ ਰਜਿਸਟ੍ਰੇਸ਼ਨ ਦੇ ਵਿੱਚ ਇਹੀ ਹੈਗਾ ਕਿ ਕਿਸ ਤਰ੍ਹਾਂ ਤੁਸੀਂ ਕਲਾਇੰਟ ਨੂੰ ਸ਼ੋਅ ਕਰਦੇ ਹੈਗੇ ਹੋ ਕਿ ਕਿੰਨੇ ਪੈਸੇ ਜਿਹੜੇ ਹਨ ਉਹ ਤੁਹਾਨੂੰ ਮਿਲ ਸਕਦੇ ਹੈਗੇ ਨੇ। ਇੱਕ ਇਹਦਾ ਕੁਐਸਚਨ ਜ਼ਰੂਰ ਆਉਂਦਾ ਹੈਗਾ ਨੋਨ ਫੋਰਫੀਚਰ ਬੈਨੀਫਿਟਸ। ਨੋਨ ਫੋਰਫੀਚਰ ਬੈਨੀਫਿਟਸ ਦਾ ਮਤਲਬ ਹੈਗਾ ਕਿ ਜਦੋਂ ਤੁਸੀਂ ਹੁਣ ਹੋਲ ਲਾਈਫ ਪਾਲਿਸੀ ਕਰਵਾਈ ਹੈ ਅਤੇ ਤੁਹਾਡੇ ਪੈਸੇ ਇਨਵੈਸਟ ਵੀ ਹੋ ਰਹੇ ਨੇ, ਜਿਹੜੇ ਪੈਸੇ ਤੁਹਾਡੇ ਇਨਵੈਸਟ ਹੋ ਰਹੇ ਨੇ ਅਤੇ ਉਹਦੇ 'ਚ ਜਿਹੜੀ ਹੈ ਤੁਹਾਡੀ ਇੱਕ ਕੈਸ਼ ਵੈਲਿਊ ਬਣ ਰਹੀ ਹੈਗੀ ਆ। ਜਿਹੜੀ ਕੈਸ਼ ਵੈਲਿਊ ਬਣ ਰਹੀ ਹੈ, ਅਤੇ ਮੰਨ ਲਓ ਕਿ ਤੁਸੀਂ ਕਿਸੇ ਵਜ੍ਹਾ ਕਰਕੇ ਕੋਈ ਪ੍ਰੀਮੀਅਮ ਦੇਣਾ ਮਿਸ ਕਰਕੇ, ਤਾਂ ਜਿਹੜੀ ਤੁਹਾਡੀ ਕੈਸ਼ ਵੈਲਿਊ ਹੈਗੀ ਉਹਦੇ ਵਿੱਚੋਂ ਆਟੋਮੈਟਿਕਲੀ ਜਿਹੜੀ ਹੈਗੀ ਹੈ ਇੰਸ਼ੋਰੈਂਸ ਕੰਪਨੀ ਪ੍ਰੀਮੀਅਮ ਚੁੱਕ ਲੈਂਦੀ ਹੈਗੀ ਹੈ। ਮੰਨ ਲਓ ਤੁਹਾਡਾ 5000 ਕੈਸ਼ ਵੈਲਿਊ ਬਣੀ ਹੋਈ ਆ, ਅਤੇ ਤੁਹਾਡਾ $1000 ਜੇ ਪ੍ਰੀਮੀਅਮ ਜਾਣਾ ਸੀ, ਤੁਸੀਂ ਕਿਤੇ ਆਊਟ ਆਫ ਕੰਟਰੀ ਚਲੇ ਗਏ ਜਾਂ ਮਿਸ ਕਰ ਗਏ ਜਾਂ ਬੈਂਕ ਅਕਾਊਂਟ ਤੁਹਾਡਾ ਬੰਦ ਹੋ ਗਿਆ, ਤਾਂ ਕੰਪਨੀ ਕੀ ਕਰਦੀ ਹੈ, ਤੁਹਾਡੀ ਕੈਸ਼ ਵੈਲਿਊ ਜਿਹੜੀ ਹੈਗੀ ਉਹਦੇ ਵਿੱਚ ਉਹਨਾਂ ਨੇ ਪ੍ਰੀਮੀਅਮ ਚੱਕ ਲੈਣਾ ਹੈ, ਅਤੇ ਉਹਨੂੰ ਕਹਿੰਦੇ ਆਟੋ ਪ੍ਰੀਮੀਅਮ ਲੋਨ। ਅਤੇ ਇਹਨੂੰ ਆਪਾਂ ਨੋਨ ਫੋਰਫੀਚਰ ਬੈਨੀਫਿਟ ਕਹਿੰਦੇ। ਨੋਨ ਫੋਰਫੀਚਰ ਦਾ ਮਤਲਬ ਤੁਹਾਡੀ ਇੰਸ਼ੋਰੈਂਸ ਬੰਦ ਨਹੀਂ ਹੋਈ ਹੈਗੀ, ਅਤੇ ਇਹ ਬੈਨੀਫਿਟ ਉਹਦਾ ਹੈਗਾ। ਅਤੇ ਇਹਨੂੰ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਕੇ ਰੱਖਣਾ ਕਿ ਇਹਦਾ ਕੀ ਮਤਲਬ ਹੈਗਾ। ਨੋਨ ਫੋਰਫੀਚਰ ਦਾ ਮਤਲਬ ਤੁਹਾਡੀ ਇੰਸ਼ੋਰੈਂਸ ਜਿਹੜੀ ਹੈ ਉਹ ਬੰਦ ਨਹੀਂ ਹੋਏਗੀ, ਅਤੇ ਇੰਸ਼ੋਰੈਂਸ ਜਿਹੜੀ ਹੈ ਤੁਹਾਡੀ ਪਲਾਨ ਚੱਲਦੀ ਰਹੇਗੀ। ਕਿਸ ਤਰ੍ਹਾਂ ਚੱਲਦੀ ਰਹੇਗੀ? ਜਿਹੜਾ ਤੁਹਾਡਾ ਕੈਸ਼ ਸਰੈਂਡਰ ਵੈਲਿਊ ਹੈਗੀ ਆ, ਉਹਦੇ ਵਿੱਚ ਇੰਸ਼ੋਰੈਂਸ ਕੰਪਨੀ ਨੇ ਆਟੋਮੈਟਿਕਲੀ ਜਿਹੜਾ ਹੈ ਉਹ ਪ੍ਰੀਮੀਅਮ ਚੁੱਕ ਲੈਣਾ, ਜਿਹਨੂੰ ਆਪਾਂ ਆਟੋਮੈਟਿਕ ਪ੍ਰੀਮੀਅਮ ਲੋਨਸ ਕਹਿੰਦੇ ਹੈਗੇ ਆ।
ਕੈਸ਼ ਸਰੈਂਡਰ ਵੈਲਿਊ ਤੁਸੀਂ ਸਮਝ ਗਏ। ਜਿਹੜਾ ਇਨਵੈਸਟਮੈਂਟ ਪੋਰਸ਼ਨ ਹੈ ਉਹਦਾ ਜਿਹੜਾ ਵੀ ਵਾਧਾ ਹੁੰਦਾ ਉਹਨੂੰ ਕੈਸ਼। ਮੰਨ ਲਓ ਜੇ ਬੰਦਾ ਅਚਾਨਕ ਕਿ ਮੈਂ ਪੋਲਿਸੀ ਆਪਣੀ ਕੈਂਸਲ ਕਰਵਾਉਣੀ ਹੈ, ਮੈਂ ਨਹੀਂ ਚਲਾਉਣਾ ਚਾਹੁੰਦਾ ਹੈਗਾ ਅਤੇ ਸਰੈਂਡਰ ਕਰਨਾ ਚਾਹੁੰਦਾ ਹੈਗਾ, ਅਤੇ ਜਿਹੜੀ ਉਹ ਕੈਸ਼ ਵੈਲਿਊ ਬਣਦੀ ਉਹਨੂੰ ਆਪਾਂ ਕੈਸ਼ ਸਰੈਂਡਰ ਵੈਲਿਊ ਕਹਿੰਦੇ ਹੈਗੇ ਆ। ਸਰੈਂਡਰ ਚਾਰਜਿਸ ਕੁਛ ਜਿਹੜੀਆਂ ਹਨ ਕੰਪਨੀਆਂ, ਜਦੋਂ ਤੁਸੀਂ ਪੋਲਿਸੀ ਸਰੈਂਡਰ ਕਰਦੇ ਹੋ, ਜੋ ਤੁਹਾਡਾ ਬਣਿਆ ਹੋਇਆ ਫੰਡ ਵੈਲਿਊ ਤੁਹਾਨੂੰ ਸ਼ੋਅ ਹੋ ਰਹੀ ਹੈ, ਉਹਦੇ ਉੱਤੇ ਵੀ ਜਿਹੜਾ ਹੈ ਸਰੈਂਡਰ ਵੈਲਿਊ ਲੈਂਦੇ ਨੇ, ਪਰ ਨੋਰਮਲੀ ਜਿਹੜਾ ਹੈ ਕੋਈ ਸਰੈਂਡਰ ਵੈਲਿਊ ਜਿਹੜੀ ਹੈ ਨਹੀਂ ਹੁੰਦੀ ਹੈਗੀ। ਪੋਲਿਸੀ ਲੋਨਸ, ਜਿਹੜੀ ਤੁਹਾਡੀ ਕੈਸ਼ ਸਰੈਂਡਰ ਵੈਲਿਊ ਹੈਗੀ ਆ, ਉਹਦੇ ਅਗੇਂਸਟ ਤੁਸੀਂ ਉਹਦੇ ਅਗੇਂਸਟ ਤੁਸੀਂ ਲੋਨ ਲੈ ਸਕਦੇ ਹੈਗੇ ਹੋ। 90% ਤੱਕ ਨੋਰਮਲੀ ਜਿਹੜਾ ਹੈਗਾ ਲੋਨ ਮਿਲ ਜਾਂਦਾ। ਮੰਨ ਲਓ ਕਿ ਬੰਦੇ ਦੀ ਪੋਲਿਸੀ ਦੇ ਵਿੱਚ $50,000 ਸ਼ੋਅ ਹੋ ਰਿਹਾ ਵੀ ਅਗਰ ਬੰਦਾ ਅੱਜ ਪੋਲਿਸੀ ਸਰੈਂਡਰ ਕਰਦਾ ਅਤੇ ਉਹ ਜੇ ਅੱਜ ਬੰਦਾ ਪੋਲਿਸੀ ਸਰੈਂਡਰ ਕਰਦਾ ਤਾਂ ਉਹਨੂੰ $50,000 ਮਿਲਦਾ ਹੈਗਾ, ਪਰ ਉਹਦੀ ਪੋਲਿਸੀ ਬੰਦ ਹੋ ਜਾਂਦੀ ਹੈਗੀ ਆ। ਅਤੇ ਦੂਸਰੀ ਆਪਸ਼ਨ ਐਡਵਾਈਜ਼ਰ ਜਾਂ ਕੰਪਨੀ ਉਹਨੂੰ ਇਹ ਦਿੰਦੀ ਹੈਗੀ ਹੈ ਕਿ ਭਾਈ ਸਾਹਿਬ ਤੁਸੀਂ ਇੱਦਾਂ ਕਰੋ, ਪੋਲਿਸੀ ਨਾ ਸਰੈਂਡਰ ਕਰੋ, ਤੁਸੀਂ ਉਹਦੇ 'ਤੇ ਲੋਨ ਲੈ ਲਓ, 80% 90% ਤੱਕ ਲੋਨ ਲੈ ਲਓ। ਜੇ ਉਹਨਾਂ 90% ਵੀ ਲਏਗਾ ਅਤੇ ਉਹਦਾ ਜਿਹੜਾ ਵੀ 45,000 ਉਹਨੂੰ ਫਿਰ ਵੀ ਮਿਲ ਜਾਏਗਾ, ਅਤੇ ਪੋਲਿਸੀ ਵੀ ਉਹਦੀ ਜਿਹੜੀ ਹੈ ਚੱਲਦੀ ਰਹੇਗੀ। ਤਾਂ ਇਸ ਕਰਕੇ ਜਿਹੜਾ ਪੋਲਿਸੀ ਲੋਨ ਹੈਗਾ ਉਹਦਾ ਇਹ ਫਾਇਦਾ ਹੁੰਦਾ। ਪੋਲਿਸੀ ਲੋਨ ਤੁਸੀਂ ਇੰਸ਼ੋਰੈਂਸ ਕੰਪਨੀ ਕੋਲੋਂ ਵੀ ਲੈ ਸਕਦੇ ਹੋ, ਜੇ ਤੁਹਾਨੂੰ ਆਪਣੇ ਕੋਈ ਆਪਸ਼ਨ ਮਿਲਦੀ ਹੈਗੀ ਹੈ ਕਿ ਤੁਸੀਂ ਬੈਂਕ ਕੋਲੋਂ ਲੈਣਾ ਹੈਗਾ ਬੈਟਰ ਆਪਸ਼ਨ, ਤੁਸੀਂ ਬੈਂਕ ਦੇ ਕੋਲੋਂ ਵੀ ਜਿਹੜਾ ਹੈ ਉਹਨੂੰ ਲੈ ਸਕਦੇ ਹੈਗੇ ਹੋ। ਇਹ ਐਗਜ਼ਾਮਪਲਸ ਦਿੱਤੀਆਂ, ਐਗਜ਼ਾਮਪਲਸ ਜ਼ਰੂਰ ਪੜ੍ਹਿਓ, ਇਹਦੇ ਨਾਲ ਕੰਸੈਪਟ ਜਿਹੜਾ ਤੁਹਾਨੂੰ ਕਲੀਅਰ ਹੋ ਜਾਏਗਾ। ਆਟੋਮੈਟਿਕ ਪ੍ਰੀਮੀਅਮ ਲੋਨ, ਮੈਂ ਤੁਹਾਨੂੰ ਪਹਿਲਾਂ ਵੀ ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਐਗਜ਼ਾਮਪਲ ਪੜ੍ਹਿਓ, ਵਧੀਆ ਤੁਹਾਨੂੰ ਸਮਝ ਲੱਗ ਜਾਏਗਾ। ਰਿਡਿਊਸਡ ਪੇਡ ਅਪ ਇੰਸ਼ੋਰੈਂਸ, ਰਿਡਿਊਸ ਪੇਡ ਅਪ ਇੰਸ਼ੋਰੈਂਸ ਦਾ ਮਤਲਬ ਇਹ ਹੈ ਕਿ ਨਾਰਮਲੀ ਕੀ ਹੁੰਦਾ ਹੈ ਕਿ ਜਦੋਂ ਹੁਣ ਮੈਂ ਗੱਲ ਕਰ ਰਿਹਾ ਸੀ ਉੱਤੇ ਕਿ ਬੰਦੇ ਦਾ ਮੰਨ ਲਓ ਕੈਸ਼ ਸਰੈਂਡਰ ਵੈਲਿਊ $50,000 ਸੀ, ਅਤੇ ਬੰਦਾ ਕਹਿੰਦਾ ਕਿ ਮੈਂ ਪੋਲਿਸੀ ਜਿਹੜੀ ਹੈਗੀ ਹੈ ਮੈਂ ਪ੍ਰੀਮੀਅਮ ਨਹੀਂ ਦੇ ਪਾਉਂਦਾ ਹੈਗਾ, ਅਤੇ ਇਸ ਕਰਕੇ ਮੇਰੀ ਪੋਲਿਸੀ ਬੰਦ ਕਰ ਦਿਓ। ਪਰ ਅਸੀਂ ਐਜ਼ ਐਡਵਾਈਜ਼ਰ ਉਹਨੂੰ 2-3 ਆਪਸ਼ਨਸ ਦਿੰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਤੂੰ ਆਪਣੀ ਪੋਲਿਸੀ ਬੰਦ ਨਾ ਕਰ, ਜਾਂ ਤਾਂ ਉਹਦੇ 'ਤੇ ਲੋਨ ਲੈ ਲੈ। ਜੇ ਤੂੰ ਲੋਨ ਨਹੀਂ ਲੈਣਾ ਚਾਹੁੰਦਾ ਹੈਗਾ, ਜੇ ਤੈਨੂੰ ਪੈਸੇ ਦੀ ਲੋੜ ਨਹੀਂ, ਤੂੰ ਵੈਸੇ ਤੂੰ ਪ੍ਰੀਮੀਅਮ ਨਹੀਂ ਪੇ ਕਰ ਪਾ ਰਿਹਾ, ਤਾਂ ਉਹਦਾ ਇੱਕ ਹੱਲ ਹੋਰ ਵੀ ਹੈਗਾ। ਜੇ ਮੰਨ ਲਓ ਤੇਰੀ $5,00,000 ਦੀ ਪਹਿਲਾਂ ਇੰਸ਼ੋਰੈਂਸ ਹੋਈ ਸੀ, ਜੇ ਤੂੰ ਆਹ 50,000 ਜਿਹੜਾ ਤੇਰੇ ਖਾਤੇ ਦੇ ਵਿੱਚ ਸ਼ੋਅ ਹੋ ਰਿਹਾ ਕੈਸ਼ ਸਰੈਂਡਰ ਵੈਲਿਊ, ਇਹ ਤੂੰ ਇੰਸ਼ੋਰੈਂਸ ਕੰਪਨੀ ਦੇ ਕੋਲ ਹੀ ਰਹਿਣ ਦੇਵੇ, ਤਾਂ ਕੰਪਨੀ ਤੇਰੀ ਜਿਹੜੀ ਹੈ ਇੰਸ਼ੋਰੈਂਸ ਹਮੇਸ਼ਾ ਵਾਸਤੇ ਉਹ $2.5 ਦੀ ਕਰ ਦੇਗੀ ਜਾਂ $1.5 ਦੀ ਕਰ ਦੇਗੀ, ਜੋ ਵੀ ਇਲਸਟ੍ਰੇਸ਼ਨ ਦੇ ਵਿੱਚ ਉਸ ਟਾਈਮ 'ਤੇ ਸ਼ੋਅ ਹੋ ਰਿਹਾ ਹੈਗਾ, ਉਨੀ ਜਿਹੜੀ ਹੈ ਇੰਸ਼ੋਰੈਂਸ ਤੇਰੀ ਉਹ ਚਲਦੀ ਰਹੇਗੀ ਸਾਰੀ ਉਮਰ ਵਾਸਤੇ। ਉਹਨੂੰ ਆਪਾਂ ਰਿਡਿਊਸਡ ਪੇਡ ਅਪ ਇੰਸ਼ੋਰੈਂਸ ਕਹਿੰਦੇ ਹਾਂ। ਬੰਦੇ ਨੇ ਓਰੀਜਨਲੀ ਕਿੰਨੇ ਦੀ ਲਈ ਸੀ ਇੰਸ਼ੋਰੈਂਸ? $5,00,000 ਦੀ ਲਈ ਸੀ, ਪਰ ਹੁਣ ਉਹਨੇ ਕਿਉਂਕਿ ਪ੍ਰੀਮੀਅਮ ਨਹੀਂ ਪੇ ਕਰ ਪਾ ਰਿਹਾ, ਪਰ ਉਹਦੀ ਕੈਸ਼ ਸਰੈਂਡਰ ਵੈਲਿਊ ਪਈ ਹੈ, ਉਹਦੇ ਅਗੇਂਸਟ ਜਿਹੜੀ ਹੈ ਕੰਪਨੀ, ਇੰਸ਼ੋਰੈਂਸ ਕੰਪਨੀ ਜਿਹੜੀ ਹੈ ਉਹਨੂੰ ਆਫਰ ਕਰਦੀ ਹੈਗੀ ਹੈ ਕਿ ਤੂੰ ਜੇ ਆਹ ਪੈਸੇ ਜਿਹੜੇ ਤੇਰੇ ਕੈਸ਼ ਸਰੈਂਡਰ ਵੈਲਿਊ ਬਣੀ ਹੈ ਨਾ ਕਢਾਵੇਂ, ਤਾਂ ਤੇਰੀ ਇੰਸ਼ੋਰੈਂਸ ਜਿਹੜੀ ਹੈ ਇਹ ਸਾਰੀ ਉਮਰ ਹੀ ਰਹੇਗੀ, ਪਰ ਰਿਡਿਊਸਡ ਹੋਏਗੀ। ਹੁਣ 5 ਲੱਖ ਨਹੀਂ ਹੋ ਸਕਦਾ, 3 ਲੱਖ, 2 ਲੱਖ, 1.5 ਲੱਖ, ਜੋ ਵੀ ਡਿਪੈਂਡ ਕਰਦਾ ਕਿ ਉਹ ਕੇਸ ਕਿੰਨੇ ਸਾਲਾਂ ਬਾਅਦ ਜਿਹੜੀ ਹੈ ਇੰਸ਼ੋਰੈਂਸ ਪੋਲਿਸੀ ਜਿਹੜੀ ਸਰੈਂਡਰ ਕਰਨ ਜਾਂਦਾ, ਉਹਦੇ ਹਿਸਾਬ ਨਾਲ ਉਹਨੂੰ ਰਿਕਮੈਂਡ ਕਰਦੇ ਹੈਗੇ। ਐਗਜ਼ਾਮਪਲ ਹੈਗੀ ਆ, ਅਤੇ ਇਹ ਵੀ ਤੁਸੀਂ ਸਮਝ ਸਕਦੇ ਹੈਗੇ। ਇੱਕ ਹੋਰ ਆਪਸ਼ਨ ਕੰਪਨੀ ਬੰਦੇ ਨੂੰ ਦਿੰਦੀ ਹੈਗੀ ਹੈ ਕਿ ਐਕਸਟੈਂਡਡ ਟਰਮ ਇੰਸ਼ੋਰੈਂਸ। ਉਹ ਬੰਦੇ ਕਹਿੰਦਾ ਵੀ ਕਿਰਾਏ 'ਤੇ ਤੂੰ ਹੋਲ ਲਾਈਫ ਪੋਲਿਸੀ ਸੀ, ਮੰਨ ਲਓ ਤੇਰਾ $50,000 ਹੈਗਾ, ਅਤੇ ਜੇ ਤੂੰ ਮਤਲਬ ਫੁੱਲ ਅਮਾਊਂਟ ਦੀ ਰੱਖਣੀ ਹੈ ਇੰਸ਼ੋਰੈਂਸ, ਫਿਰ ਇੱਦਾਂ ਕਰਕੇ ਤੂੰ ਹੋਲ ਲਾਈਫ ਭੁੱਲ ਜਾ, ਤੂੰ ਟਰਮ ਇੰਸ਼ੋਰੈਂਸ ਉਹਦੀ ਲੈ ਲੈ ਪੇ, ਜਾਂ ਕੰਪਨੀ ਕਹੇਗੀ ਕਿ ਆਹ ਜਿਹੜਾ $50,000 ਹੈਗਾ, ਜੇ ਤੂੰ 5 ਲੱਖ ਦੀ ਇੰਸ਼ੋਰੈਂਸ ਰੱਖਣਾ ਚਾਹੁੰਦਾ ਤਾਂ ਅਸੀਂ ਤੈਨੂੰ ਇੰਨੇ ਸਾਲਾਂ ਵਾਸਤੇ ਜਿਹੜਾ ਹੈਗਾ ਕਿ ਉਹ ਕਵਰ ਕਰ ਸਕਦੇ ਹੈਗੇ ਆ, ਅਤੇ ਉਹਨੂੰ ਆਪਾਂ ਐਕਸਟੈਂਡਡ ਟਰਮ ਇੰਸ਼ੋਰੈਂਸ ਕਹਿੰਦੇ ਆ। ਉਹਦੀ ਕੈਸ਼ ਵੈਲਿਊ ਜਿਹੜੀ ਹੈਗੀ ਉਹਦੇ ਨਾਲ ਜਿਹੜੀ ਉਹ ਟਰਮ ਇੰਸ਼ੋਰੈਂਸ ਜਿਹੜੀ ਉਹਦੀ ਚੱਲਦੀ ਰਹੇਗੀ। ਲਿਮਿਟਡ ਪੇਮੈਂਟ ਹੋਲ ਲਾਈਫ, ਇਹ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ ਵੀ ਆਪਾਂ ਲਿਮਿਟਡ ਹੀ ਪ੍ਰੀਮੀਅਮ ਪੇ ਕਰਨੇ ਨੇ, ਪਰ ਪੋਲਿਸੀ ਜਿਹੜੀ ਆ ਉਹ ਸਾਰੀ ਉਮਰ ਚੱਲਦੀ ਰਹਿੰਦੀ ਹੈ। ਲਿਮਿਟਡ ਪੇ ਦਾ ਬੈਨੀਫਿਟ ਇਹ ਹੁੰਦਾ ਕਿ ਜਦੋਂ ਬੰਦਾ ਯੰਗ ਹੁੰਦਾ ਹੈਗਾ, ਉਦੋਂ ਉਹ ਪੈਸੇ ਵੀ ਜ਼ਿਆਦਾ ਕਮਾਉਂਦਾ ਹੈਗਾ, ਅਤੇ ਉਹ ਪ੍ਰੀਮੀਅਮ ਜ਼ਿਆਦਾ ਪੇ ਕਰ ਸਕਦਾ। ਮੰਨ ਲਓ ਅੱਜ ਕੋਈ 30 ਸਾਲ ਦਾ ਕੋਈ ਬੰਦਾ ਹੈਗਾ, ਅਤੇ ਉਹ ਫੁੱਲ ਉਹਦਾ ਜਿਹੜਾ ਜੋਬ ਚੱਲ ਰਿਹਾ, ਫੁੱਲ ਇਨਕਮ ਉਹਦੀ ਚੱਲ ਰਹੀ ਹੈਗੀ ਆ, ਤਾਂ ਅਗਲੇ 30 ਤੋਂ ਲੈ ਕੇ ਅਤੇ 50 ਸਾਲ ਦੀ ਏਜ ਤੱਕ ਜਿਹੜਾ 20 ਸਾਲ ਮਤਲਬ ਉਹ ਪ੍ਰੀਮੀਅਮ ਪੇ ਕਰ ਦੇਗੀ। ਉਹ ਤੋਂ ਬਾਅਦ 'ਚ ਉਹਦੀ ਇੰਸ਼ੋਰੈਂਸ ਸਾਰੀ ਉਮਰ ਹੀ ਰਹਿਣੀ ਹੈਗੀ ਹੈ, ਪਰ ਉਹਨੂੰ ਜਿਹੜੀ ਹੈ ਪ੍ਰੀਮੀਅਮ ਸਿਰਫ 20 ਸਾਲ ਹੀ ਦੇਣੇ ਪੈਣਾ। ਇਸ ਕਰਕੇ ਉਹਦਾ ਜਿਹੜਾ ਬੈਨੀਫਿਟ ਹੁੰਦਾ ਹੈਗਾ ਲਿਮਿਟਡ ਪੇ ਦਾ ਵੀ।
ਪ੍ਰੀਮੀਅਮ ਆਫਸੈਟ ਪਾਲਿਸੀਜ਼, ਇਹਦੇ ਵਿੱਚ ਕੀ ਹੁੰਦਾ ਕਿ ਜੋ ਤੁਹਾਡੀ ਕੈਸ਼ ਵੈਲਿਊ ਬਣਦੀ ਰਹਿੰਦੀ ਹੈ, ਇੱਕ ਟਾਈਮ 'ਤੇ ਜਾ ਕੇ ਇੰਨੀ ਕੁ ਕੈਸ਼ ਵੈਲਿਊ ਬਣ ਜਾਂਦੀ ਹੈ, ਕੰਪਨੀ ਤੁਹਾਨੂੰ ਕਹਿੰਦੀ ਜੇ ਹੁਣ ਤੁਸੀਂ ਪ੍ਰੀਮੀਅਮ ਨਹੀਂ ਵੀ ਪੇ ਕਰੋਗੇ ਤਾਂ ਵੀ ਜਿਹੜੀ ਹੈ ਤੁਹਾਡੀ ਪਾਲਿਸੀ ਚੱਲਦੀ ਰਹੇਗੀ, ਕਿਉਂਕਿ ਉਹ ਆਟੋ ਪ੍ਰੀਮੀਅਮ ਲੋਨ ਦੇ ਤਹਿਤ ਜਿਹੜਾ ਹੈਗਾ ਉਹਨਾਂ ਨੇ ਉੱਧਰੋਂ ਤੁਹਾਡੇ ਪੈਸੇ ਜਿਹੜੇ ਚੱਕੀ ਜਾਣੇ ਹੈਗੇ ਨੇ। ਜਾਂ ਜਿਹੜੇ ਹੈਗੇ ਆ ਵੀ ਪੇਡ ਅਪ ਐਡੀਸ਼ਨ ਜਿਹੜੀਆਂ ਹੈਗੀਆਂ ਉਹਦੇ ਵਿੱਚ ਵੀ ਜਿਹੜਾ ਉਹ ਕੋਈ ਦੁਬਾਰਾ ਪ੍ਰੀਮੀਅਮ ਜਿਹੜਾ ਚਾਰਜ ਨਹੀਂ ਕੀਤਾ ਜਾਂਦਾ ਹੈਗਾ। ਜਦੋਂ ਵੀ ਅਸੀਂ ਕਿਸੇ ਕਲਾਇੰਟ ਕੋਲ ਬਹਿੰਦੇ ਤੁਹਾਨੂੰ ਇਹ ਇਲਸਟ੍ਰੇਸ਼ਨ ਵੀ ਸ਼ੋਅ ਕਰਦੇ ਹੈਗੇ ਆ, ਡਿਸਕਲੋਜ਼ ਵੀ ਕਰਦੇ ਹੈਗੇ ਆ। ਈਚ ਐਂਡ ਐਵਰੀਥਿੰਗ ਜਿਹੜੀ ਹੈਗੀ ਹੈ ਇਲਸਟ੍ਰੇਸ਼ਨ ਦੇ ਉੱਤੇ ਲਿਖਿਆ ਹੁੰਦੀ ਹੈ ਵੀ ਕਿੰਨੇ ਚਿਰ। ਮੈਂ ਤੁਹਾਨੂੰ ਐਂਡ 'ਤੇ ਜਿਹੜਾ ਇਹ ਚੈਪਟਰ ਖਤਮ ਹੋਏਗਾ ਤੁਹਾਨੂੰ ਇੱਕ ਇਲਸਟ੍ਰੇਸ਼ਨ ਵੀ ਜਿਹੜੀ ਹੈ ਜਨਰੇਟ ਕਰਕੇ ਦੱਸਾਂਗਾ ਵੀ ਕਿਸ ਤਰ੍ਹਾਂ ਜਿਹੜੀ ਹੈ ਵਰਕ ਕਰਦੀ ਹੈਗੀ ਹੈ, ਉਹਦੇ ਤੋਂ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ। ਹੁਣ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਆਫ ਹੋਲ ਲਾਈਫ ਇੰਸ਼ੋਰੈਂਸ, ਦੋਨਾਂ ਦੇ ਆਪਣੇ ਫਾਇਦੇ ਵੀ ਹੈਗੇ ਨੇ, ਨੁਕਸਾਨ ਵੀ ਹੈਗੇ ਨੇ। ਇਹਦੇ ਵਿੱਚ ਜਿਹੜਾ ਹੈ ਐਡਵਾਂਟੇਜ ਹੈ ਕਿ ਪੂਰੀ ਉਮਰ ਵਾਸਤੇ ਗਰੰਟਡ ਪ੍ਰੀਮੀਅਮ ਹੁੰਦੇ ਨੇ, ਅਤੇ ਡਿਸਐਡਵਾਂਟੇਜ ਇਹ ਹੈਗਾ ਕਿ ਬਹੁਤ ਹਾਈ ਹੁੰਦੇ ਨੇ ਅਤੇ ਕਵਰੇਜ ਪੂਰੀ ਉਮਰ ਰਹਿੰਦੀ ਹੈਗੀ ਆ। ਇਹ ਤੁਸੀਂ ਪੜ੍ਹ ਲਓਗੇ ਤੁਹਾਨੂੰ ਸਮਝ ਲੱਗ ਜਾਏਗਾ। ਮੈਂ ਟਾਈਮ ਸੇਵ ਕਰਨ ਵਾਸਤੇ ਜਿਹੜਾ ਇਹਦੇ 'ਤੇ ਗੱਲ ਨਹੀਂ ਕਰਾਂਗਾ, ਸਿੰਪਲ ਹੈਗਾ, ਤੁਸੀਂ ਅੰਡਰਸਟੈਂਡ ਇਹਨੂੰ ਕਰ ਜਾਓਗੇ। ਹੁਣ ਟਰਮ ਇੰਸ਼ੋਰੈਂਸ ਅਤੇ ਹੋਲ ਲਾਈਫ ਦੋਨਾਂ ਦੇ ਵਿੱਚ ਕੀ ਫ਼ਰਕ ਹੈਗਾ, ਇਹ ਵੀ ਚਾਰਟ ਤੁਸੀਂ ਸਿੰਪਲ ਆਪ ਪੜ੍ਹ ਸਕਦੇ ਹੈਗੇ ਹੋ, ਅਤੇ ਕੋਈ ਇਹਦੇ 'ਚ ਬਹੁਤਾ ਟੈਕਨੀਕਲ ਚੀਜ਼ ਨਹੀਂ ਹੈ ਜਿਹਦੇ 'ਤੇ ਮੈਂ ਟਾਈਮ ਲਗਾਵਾਂ। ਟਰਮ ਇੰਸ਼ੋਰੈਂਸ 'ਚ ਕੋਈ ਵੀ ਡਿਵੀਡੈਂਟ ਨਹੀਂ ਹੁੰਦੇ, ਕੋਈ ਇਨਵੈਸਟਮੈਂਟ ਨਹੀਂ ਹੁੰਦਾ, ਕੋਈ ਉਹਦੇ ਤੁਸੀਂ ਪਾਲਿਸੀ ਦੇ ਅਗੇਂਸਟ ਕੁਛ ਬੋਰੋ ਨਹੀਂ ਕਰ ਸਕਦੇ। ਪਰ ਇਹ ਹੋਲ ਲਾਈਫ ਦੇ ਵਿੱਚ ਕੈਸ਼ ਸਰੈਂਡਰ ਵੈਲਿਊ ਹੁੰਦੀ, ਉਹਦੇ ਕਾਫੀ ਸਾਰੇ ਜਿਹੜੇ ਹਨ ਤੁਹਾਨੂੰ ਬੈਨੀਫਿਟ ਹੁੰਦੇ ਨੇ ਕਿ ਤੁਸੀਂ ਉਹ 'ਤੇ ਲੋਨ ਲੈ ਸਕਦੇ ਹੈਗੇ ਹੋ, ਤੁਸੀਂ ਸਾਰੀ ਉਮਰ ਜਿਹੜਾ ਹੈਗਾ ਉਹ ਤੁਹਾਡੀ ਕਵਰੇਜ ਵੀ ਰਹਿੰਦੀ ਹੈਗੀ ਹੈ। ਯੂਜ਼ ਕਿੱਥੇ ਕਰਨੀ ਹੈਗੀ ਹੈ, ਇਹ ਮੈਂ ਜਿਵੇਂ ਪਹਿਲਾਂ ਦੱਸੀ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਤੁਹਾਡੀ ਲੋੜ 'ਤੇ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਕਦੋਂ ਜਿਹੜੀ ਹੈ ਹੋਲ ਲਾਈਫ ਪਾਲਿਸੀ ਲੈਣੀ ਹੈ। ਜੇ ਤੁਹਾਡੇ ਟੈਕਸ ਬਣਦੇ ਨੇ ਡੈਥ ਦੇ ਉੱਤੇ ਤਾਂ ਤੁਹਾਨੂੰ ਇਹਦੀ ਲੋੜ ਪਏਗੀ, ਐਗਜ਼ਾਮਪਲ ਦਿੱਤੀ ਹੈ ਤੁਸੀਂ ਸਮਝ ਲੈਣਾ। ਫਿਊਚਰ ਇੰਸ਼ੋਰੇਬਿਲਟੀ, ਕਈ ਵਾਰੀ ਕੀ ਹੁੰਦਾ ਆਪਾਂ ਹੋਲ ਲਾਈਫ ਇਸ ਕਰਕੇ ਲੈ ਲੈਂਦੇ ਹੈਗੇ ਆ ਕਿ ਹੁਣੇ ਲੈ ਲਓ ਪਾਲਿਸੀ, ਹੁਣ ਸਿਹਤ ਠੀਕ ਹੈ ਅਤੇ ਹੁਣੇ ਪਾਲਿਸੀ ਲੈ ਲਓ, ਕਿਉਂਕਿ ਜੇ ਮੈਂ ਫਿਊਚਰ ਦੇ ਵਿੱਚ ਜਾ ਕੇ ਸੋਚਾਂਗਾ ਵੀ ਹੁਣ ਮੰਨ ਲਓ ਮੈਂ ਲਈ 20 ਸਾਲ ਦੀ ਪਾਲਿਸੀ ਲਈ ਆ, 20 ਸਾਲਾਂ ਬਾਅਦ ਜਦੋਂ ਮੈਂ ਰੀਨਿਊ ਕਰਨ ਦੀ ਕੋਸ਼ਿਸ਼ ਕਰਾਂਗਾ ਹੋ ਸਕਦਾ ਉਦੋਂ ਮੈਨੂੰ ਹੈਲਥ ਇਸ਼ੂ ਕੁਛ ਹੋ ਗਿਆ ਹੋਵੇ, ਮੇਰੀ ਇੰਸ਼ੋਰੈਂਸ ਹੋ ਨਾ ਸਕਦੀ ਹੋਵੇ, ਜਾਂ ਬੈਂਕਰਪਸੀ ਹੋ ਜਾਏ ਤਾਂ ਵੀ ਜਿਹੜਾ ਇੰਸ਼ੋਰੈਂਸ ਨਹੀਂ ਹੁੰਦੀ ਹੈਗੀ ਨੋਰਮਲੀ, ਤਾਂ ਉਹਨੂੰ ਫਿਊਚਰ ਇੰਸ਼ੋਰੇਬਿਲਟੀ ਨੂੰ ਜਿਹੜਾ ਹੈਗਾ ਵੀ ਕਵਰ ਕਰਨ ਵਾਸਤੇ ਮੈਂ ਅੱਜ ਹੀ, ਕਿਉਂਕਿ ਇੰਸ਼ੋਰੈਂਸ ਹਮੇਸ਼ਾ ਜਦੋਂ ਤੁਹਾਡੀ ਸਿਹਤ ਵਧੀਆ ਅਤੇ ਤੁਹਾਡੀ ਉਮਰ ਘੱਟ ਹੈ ਉਦੋਂ ਤੁਹਾਨੂੰ ਇੰਸ਼ੋਰੈਂਸ ਲੈ ਲੈਣੀ ਚਾਹੀਦੀ ਹੈਗੀ ਆ। ਇਨਕਰੀਜ਼ਿੰਗ ਕਵਰੇਜ, ਨਾਰਮਲੀ ਜਿਹੜੀਆਂ ਪਾਰਟੀਸਪੇਟਿੰਗ ਹੋਲ ਲਾਈਫ ਪਾਲਿਸੀਜ਼ ਹੈਗੀਆਂ ਇਹ ਅੱਗੇ ਤੋਂ ਅੱਗੇ ਜਿਵੇਂ ਜਿਵੇਂ ਤੁਹਾਡੀ ਪਾਲਿਸੀ ਪੁਰਾਣੀ ਹੋਈ ਜਾਂਦੀ ਹੈ ਕਵਰੇਜ ਵੀ ਤੁਹਾਡੀ ਵਧਾਈ ਜਾਂਦੇ ਹੈਗੇ ਨੇ, ਅਤੇ ਇਹ ਵੀ ਇੱਕ ਇਹਦਾ ਪਾਰਟੀਸਪੇਟਿੰਗ ਪਾਲਿਸੀ ਦਾ ਜਿਹੜਾ ਫਾਇਦਾ ਰਹਿੰਦਾ ਹੈਗਾ। ਟਰਮ 100, ਇਹ ਤੁਸੀਂ 100 ਸਾਲ ਪ੍ਰੀਮੀਅਮ ਦੇਣੇ ਨੇ ਪੱਕਾ, ਟੀ ਟਰਮ ਦਾ ਮਤਲਬ ਵੀ 100 ਸਾਲ ਤੱਕ ਪ੍ਰੀਮੀਅਮ ਦੇਣੇ ਨੇ, ਪਰ ਪਾਲਿਸੀ ਜਿਹੜੀ ਹੈ ਤੁਹਾਡੀ ਹਮੇਸ਼ਾ ਵਾਸਤੇ ਰਹਿੰਦੀ, ਭਾਵੇਂ ਬੰਦਾ 110 ਸਾਲ ਦਾ ਹੋ ਕੇ ਡੈਥ ਹੋਵੇ ਪੈਸੇ ਮਿਲਣੇ, ਪਰ ਇਹਦੇ ਵਿੱਚ ਕੈਸ਼ ਸਰੈਂਡਰ ਵੈਲਿਊ ਕੋਈ ਨਹੀਂ ਹੁੰਦੀ, ਜਸਟ ਟਰਮ ਇੰਸ਼ੋਰੈਂਸ ਵਾਂਗ ਹੀ ਜਿਹੜੀ ਹੈ ਕੰਮ ਕਰਦੀ ਹੈਗੀ ਆ। ਡਿਊਰੇਸ਼ਨ ਆਫ ਦਾ ਕਵਰ, ਇਹਦੀ ਸਾਰੀ ਉਮਰ ਹੀ ਰਹਿੰਦੀ ਹੈਗੀ ਆ। ਲਿਖਿਆ ਹੈਗਾ T100 ਪ੍ਰੋਵਾਈਡਸ ਕਵਰੇਜ ਫਾਰ ਲਾਈਫ, ਵੀ ਜਦੋਂ ਤੱਕ ਲਾਈਫ ਹੈ ਬੰਦੇ ਦੀ ਉਹ ਸਾਰੀ ਜਿਹੜੀ ਹੈ ਪਾਲਿਸੀ ਜਿਹੜੀ ਹੈ ਤੁਹਾਨੂੰ ਇਹ ਸਾਰੀ ਉਮਰ ਜਿਹੜੀ ਹੈ ਤੁਹਾਡੀ ਇੰਸ਼ੋਰੈਂਸ ਜਿਹੜੀ ਕਵਰ ਕਰਦੀ ਹੈਗੀ ਆ, ਪਰ ਪ੍ਰੀਮੀਅਮ ਤੁਸੀਂ ਜਿਹੜਾ 100 ਤੱਕ ਹੀ ਦੇਣਾ ਹੈਗਾ। ਇਹ ਪ੍ਰੀਮੀਅਮ ਦਾ ਹੈਗਾ। ਲੈਵਲ ਕਾਸਟ ਆਫ ਇੰਸ਼ੋਰੈਂਸ, ਹੁਣ ਆਉਂਦਾ ਪ੍ਰੀਮੀਅਮ ਵੀ ਨਾ 2-3 ਤਰੀਕੇ ਨਾਲ ਆਪਾਂ ਦੇ ਸਕਦੇ ਹੈਗੇ ਆ ਵੀ, ਜਾਂ ਤਾਂ ਆਪਾਂ ਲੈਵਲ, ਜੇ ਅੱਜ ਮੇਰੀ ਪਾਲਿਸੀ ਸੇ ਕਿ ਮੈਂ 20 ਸਾਲ ਦੀ ਪਾਲਿਸੀ ਲਈ ਹੈ ਅਤੇ ਅੱਜ ਜੇ $100 ਹੈ ਤਾਂ ਸਾਰੀ 20 ਸਾਲ ਦੀ $100 ਹੀ ਰਹਿਣਾ, ਉਹਨੂੰ ਲੈਵਲ ਕਾਸਟ ਆਫ ਇੰਸ਼ੋਰੈਂਸ ਕਹਿੰਦੇ ਹੈਗੇ ਨੇ। T100 ਨੂੰ ਆਪਾਂ ਕਿੱਥੇ ਯੂਜ਼ ਕਰਦੇ ਹੈਗੇ ਆ, ਜਦੋਂ ਸਾਨੂੰ ਹੋਲ ਲਾਈਫ ਵਾਸਤੇ ਇੰਸ਼ੋਰੈਂਸ ਚਾਹੀਦੀ ਹੈ ਪਰ ਆਪਾਂ ਨੂੰ ਕੈਸ਼ ਸਰੈਂਡਰ ਵੈਲਿਊ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਵੀ ਆਰ ਨਾਟ ਇੰਟਰਸਟਿਡ ਇਨ ਕੈਸ਼ ਸਰੈਂਡਰ ਵੈਲਿਊ, ਦੈਨ ਅਸੀਂ ਜਿਹੜਾ ਹੈਗਾ ਆਪਾਂ T100 ਨੂੰ ਜਿਹੜਾ ਚੂਜ਼ ਕਰਦੇ ਹੈਗੇ ਆ। ਸੋ ਇਹ ਜਿਹੜਾ ਚੈਪਟਰ ਇੱਥੇ ਹੀ ਖਤਮ ਹੁੰਦਾ, ਅਤੇ ਆਸ ਹੈ ਕਿ ਤੁਹਾਨੂੰ ਸਮਝ ਲੱਗੀਆਂ ਹੋਣਗੀਆਂ ਗੱਲਾਂ, ਅਤੇ ਮੈਂ ਹੀ ਚਾਹਾਂਗਾ ਕਿ ਇਹਦੇ ਤੋਂ ਬਾਅਦ 'ਚ ਤੁਸੀਂ ਸਿੱਧਾ ਜਿਹੜਾ ਹੈ ਐਕਟੀਵਿਟੀ ਜਾਂ ਕੁਐਸਚਨ ਕਰਨ ਦੀ ਕੋਸ਼ਿਸ਼ ਕਰੋ, ਅਤੇ ਜ਼ਰੂਰ ਜਿਹੜਾ ਹੈ ਤੁਸੀਂ ਉਹਦੇ 'ਚ ਸਕਸੈਸ ਹੋਵੋਗੇ।
ਇਹ ਆਪਾਂ ਇੱਕ ਇਲਸਟ੍ਰੇਸ਼ਨ ਜਿਹੜੀ ਆ ਡੈਜ਼ਡਨ ਦੀ ਜਿਹੜੀ ਹੈ ਪਾਲਿਸੀ ਦੀ ਆਪਾਂ ਕਰਕੇ ਦੇਖਦੇ ਹੈਗੇ ਆ ਵੀ ਕਿਸ ਤਰ੍ਹਾਂ ਇਹ ਵਰਕ ਕਰਦੀ ਹੈਗੀ ਆ। ਇਹ ਜਿਵੇਂ ਬੰਦਾ 35 ਸਾਲ ਦਾ ਮੇਲ ਬੰਦਾ ਹੈਗਾ ਅਤੇ ਇਹਦੇ 'ਚ ਆਪਾਂ ਪ੍ਰੋਡਕਟ ਚੂਜ਼ ਕਰਦੇ ਹਾਂ। ਇਹ ਟਰਮ ਇੰਸ਼ੋਰੈਂਸ ਆਪਾਂ ਪਰਮਾਨੈਂਟ ਲਾਈਫ ਕਰਦੇ ਹਾਂ। ਹੁਣ ਇਹ ਪਰਮਾਨੈਂਟ ਲਾਈਫ ਆਪਾਂ ਚੂਜ਼ ਕੀਤੀ ਆ ਅਤੇ ਹੋਲ ਲਾਈਫ ਗਰੰਟਡ 20 ਪੇ ਵੀ ਸਿਰਫ ਉਹਨੇ 20 ਸਾਲ ਹੀ ਪ੍ਰੀਮੀਅਮ ਦੇਣਾ ਹੈਗਾ। ਅਤੇ ਇੰਸ਼ੋਰੈਂਸ ਜਿਹੜੀ ਹੈਗੀ ਆਪਾਂ $5 ਲੱਖ ਦੀ ਉਹਦੀ ਪਾਉਂਦੇ ਹੈਗੇ ਆ। ਅਤੇ ਇਹਦਾ ਪ੍ਰੀਮੀਅਮ ਆਪਾਂ ਵੇਖਿਆ ਕਿ $499 ਜਿਹੜੇ ਹਨ ਉਹ ਮੰਥਲੀ ਉਹਦਾ ਪ੍ਰੀਮੀਅਮ ਬਣਦਾ ਜੇ ਅਗਰ ਹੋਲ ਲਾਈਫ ਉਹ ਲੈਂਦਾ ਹੈਗਾ। ਅਤੇ ਇਹਦੇ ਵਿੱਚ ਅਸੀਂ ਜਦੋਂ ਰਿਪੋਰਟ ਕੱਢ ਕੇ ਦੇਖਦੇ ਹੈਗੇ ਆ, ਇਲਸਟ੍ਰੇਸ਼ਨ ਜਿਹਨੂੰ ਆਪਾਂ ਕਹਿੰਦੇ ਇਲਸਟ੍ਰੇਸ਼ਨ ਕੱਢ ਕੇ ਦੇਖਦੇ ਹਾਂ, $5 ਲੱਖ ਦੀ ਉਹਦੀ ਇੰਸ਼ੋਰੈਂਸ ਆ, ਠੀਕ ਹੈ। 20 ਪੇ ਉਹਨੇ ਕਰਨਾ ਹੈਗਾ ਅਤੇ $499 ਉਹਦੇ ਮੰਥਲੀ ਬਣਦੇ ਨੇ। ਅਤੇ ਇਹ ਸਾਰਾ ਡਿਟੇਲ 'ਚ ਲਿਖਿਆ ਹੁੰਦਾ ਕਿ ਕੀ ਕਵਰਡ ਹੁੰਦਾ ਹੈਗਾ। ਆਹ ਜਿਹੜੀ ਆਪਾਂ ਸਰੈਂਡਰ ਵੈਲਿਊ ਦੀ ਗੱਲ ਕਰ ਰਹੇ ਸੀ, ਇਹਦੇ 'ਚ ਤੁਹਾਨੂੰ ਸਮਝ ਲੱਗੇਗੀ ਕਿ ਇਹ ਗਰੰਟਿਡ ਜਿਹੜਾ ਹੈ 20 ਸਾਲ ਪ੍ਰੀਮੀਅਮ ਹੈ ਅਤੇ $5 ਲੱਖ ਦੀ ਆ ਪੱਕੀ ਜਿਹੜੀ ਹੈ ਇੰਸ਼ੋਰੈਂਸ ਉਹਦੀ ਸਾਰੀ ਉਮਰ ਹੀ ਰਹਿਣੀ ਹੈਗੀ ਆ। 100 ਸਾਲ ਤੱਕ ਜਿਹੜੀ ਹੈ ਸ਼ੋਅ ਕੀਤੀ ਹੁੰਦੀ ਆ ਅਤੇ ਆ ਜਿਵੇਂ 100 ਸਾਲ ਹੈ ਅਤੇ ਇਹਦੀ $5 ਲੱਖ ਫਿਕਸ ਰਹਿੰਦੀ ਹੈਗੀ। ਉਹਦੀ ਜਿਹੜੀ ਇੰਸ਼ੋਰੈਂਸ ਹੈ 5 ਲੱਖ ਦੀ ਰਹਿਣੀ ਹੈ। ਪਰ ਗਰੰਟਿਡ ਕੈਸ਼ ਸਰੈਂਡਰ ਵੈਲਿਊ ਇਹ 5ਵੇਂ ਸਾਲ ਤੋਂ ਸ਼ੁਰੂ ਹੋ ਜਾਂਦੀ, ਜਿਵੇਂ $4000 ਹੋ ਗਈ, ਫਿਰ ਅੱਗੇ ਵੱਧਦੀ ਜਾਂਦੀ ਹੈਗੀ ਜਿਵੇਂ ਜਿਵੇਂ ਆਪਾਂ ਪ੍ਰੀਮੀਅਮ ਦੇਈ ਜਾਂਦੇ ਹਾਂ। ਉਸੇ ਤਰ੍ਹਾਂ ਜਿਹੜਾ ਹੈਗਾ ਜਿਵੇਂ ਆ ਪ੍ਰੀਮੀਅਮ ਹਰ ਮਹੀਨੇ ਜਿਹੜੇ ਹਰ ਸਾਲ ਆ ਰਹੇ ਨੇ 5875 ਪ੍ਰੀਮੀਅਮ ਆ ਰਿਹਾ, ਫਿਕਸ ਹੀ ਆ ਰਿਹਾ ਅਤੇ ਸਿਰਫ 20 ਸਾਲ ਹੀ ਪ੍ਰੀਮੀਅਮ ਦਿੱਤਾ ਉਹਨੇ, ਅੱਗੇ ਪ੍ਰੀਮੀਅਮ ਕੋਈ ਨਹੀਂ ਦੇ ਰਿਹਾ, 0 ਹੋ ਗਿਆ। ਇਹਦਾ ਮਤਲਬ ਕਿ ਉਹਨੇ ਜਿਹੜੀ ਟਰਮ ਚੂਜ਼ ਕੀਤੀ ਹੈ ਪ੍ਰੀਮੀਅਮ ਪੇ ਦੀ ਉਹ 20 ਸਾਲ ਦੀ ਕੀਤੀ ਹੈਗੀ ਆ ਅਤੇ ਫਿਕਸ ਪ੍ਰੀਮੀਅਮ ਹੈਗਾ, ਲੈਵਲ ਪ੍ਰੀਮੀਅਮ ਹੈਗਾ ਅਤੇ 20 ਪੇ ਹੈਗਾ, ਲਿਮਟਿਡ ਪੇ ਹੈਗਾ, ਇਹਨੂੰ ਆਪਾਂ ਕਹਿੰਦੇ ਹੈਗੇ। ਇਹਦੇ ਵਿੱਚ ਕੀ ਹੈਗਾ ਕਿ ਜਿਹੜੀ ਲਾਈਫ ਇੰਸ਼ੋਰੈਂਸ ਹੈ ਇਹ ਵੀ ਲੈਵਲਡ ਹੈਗੀ ਹੈ, ਨਾ ਵੱਧ ਰਹੀ ਹੈ ਨਾ ਘੱਟ ਰਹੀ ਹੈਗੀ ਹੈ। ਅਤੇ ਇੰਸ਼ੋਰੈਂਸ ਕਵਰੇਜ ਵੀ ਜਿਹੜੀ ਹੈ 5 ਲੱਖ ਹੋਇਆ। ਸਰੈਂਡਰ ਵੈਲਿਊ ਜਿਹੜੀ ਆ ਇਹ ਵੱਧਦੀ ਜਾ ਰਹੀ ਹੈ, ਜਿਵੇਂ ਜਿਵੇਂ ਆਪਾਂ ਪ੍ਰੀਮੀਅਮ ਪੇ ਕਰਦੇ ਹਾਂ ਵੱਧਦੀ ਜਾਂਦੀ ਆ। 20 ਸਾਲਾਂ ਬਾਅਦ ਬੰਦੇ ਨੇ ਪ੍ਰੀਮੀਅਮ ਪੇ ਕਰਨਾ ਬੰਦ ਕਰ ਦਿੱਤਾ, ਪਰ ਉਹਦੀ ਕੈਸ਼ ਸਰੈਂਡਰ ਵੈਲਿਊ ਜਿਹੜੀ ਆ ਵੱਧਦੀ ਹੈ। 1,11,000 1,17,000 1,022 ਇਹ ਵੱਧਦੀ ਜਾਂਦੀ ਹੈਗੀ ਆ। ਅਤੇ ਇੱਕ ਤਾਂ ਇਹ ਫਾਇਦਾ ਹੁੰਦਾ ਕਿ ਕਦੇ ਵੀ ਮੰਨ ਲਓ ਬੰਦਾ ਉਹਨੇ 70 ਸਾਲ ਦਾ ਹੋ ਗਿਆ ਅਤੇ ਉਹਦਾ ਜਿਹੜੇ ਕੈਸ਼ ਸਰੈਂਡਰ ਗਰੰਟਿਡ ਕੈਸ਼ ਸਰੈਂਡਰ ਵੈਲਿਊ ਜਿਹੜੀ ਆ 2,19,000 ਰੁਪਏ ਹੀ ਹੋਈ ਆ ਅਤੇ ਇਹਦੇ ਉੱਤੇ ਲੋਨ ਵੀ ਲੈ ਸਕਦਾ, ਆਪਣੇ ਪੈਸੇ ਨੂੰ ਯੂਜ਼ ਕਰ ਸਕਦਾ। ਅਤੇ ਇਸ ਕਰਕੇ ਵੀ ਜਿਹੜਾ ਹੋਲ ਲਾਈਫ ਇੰਸ਼ੋਰੈਂਸ ਦਾ ਫਾਇਦਾ ਹੁੰਦਾ ਕਿ ਮਲਟੀਪਰਪਜ਼ ਵੀ ਇਹਦਾ ਹੱਲ ਹੁੰਦੇ ਹੈਗੇ ਨੇ। ਅਤੇ ਕਿਉਂਕਿ ਪ੍ਰੀਮੀਅਮ ਤਾਂ ਆਪਾਂ ਦੇ ਨਹੀਂ ਰਹੇ, ਪਰ ਸਾਡੀ ਕੈਸ਼ ਸਰੈਂਡਰ ਵੈਲਿਊ ਜਿਹੜੀ ਵੱਧਦੀ ਜਾ ਰਹੀ ਹੈ, ਐਂਡ 'ਤੇ ਜਾ ਕੇ ਬਰਾਬਰੀ ਹੋ ਜਾਂਦੀ 5 ਲੱਖ ਦੇ, ਇੱਥੇ ਬਿਲਕੁਲ ਬਰਾਬਰ ਹੋ ਜਾਂਦੀ ਹੈਗੀ ਹੈ। ਇੱਕ ਤਾਂ ਇਹ ਫਾਇਦਾ ਹੈਗਾ। ਇੱਕ ਇਹਦੇ 'ਚ ਜਿਹੜੀ ਚੀਜ਼ ਆਪਾਂ ਸਮਝਣੀ ਹੈਗੀ ਆ ਉਹ ਹੈਗੀ ਗਰੰਟਿਡ ਪੇਡ ਅਪ ਲਾਈਫ ਇੰਸ਼ੋਰੈਂਸ। ਆਪਾਂ ਗੱਲ ਕੀਤੀ ਨਾ, ਕੰਪਨੀ ਤੁਹਾਨੂੰ ਕਹਿੰਦੀ ਹੈਗੀ ਕਿ ਤੁਸੀਂ ਮੰਨ ਲਓ ਕਿ ਬੰਦੇ ਨੇ 12 ਸਾਲ ਤੱਕ ਪ੍ਰੀਮੀਅਮ ਦਿੱਤਾ, ਉਹਦੀ ਪੋਜੀਸ਼ਨ ਟਾਈਟ ਹੋ ਗਈ। ਵੈਸੇ ਤਾਂ ਉਹਦੀ ਜੇ ਪ੍ਰੀਮੀਅਮ ਦੇਈ ਜਾਵੇ ਅਤੇ ਉਹ ਸਾਰਾ ਕੁਛ ਹੀ ਲਾਗੂ ਹੁੰਦਾ ਜੋ ਆਪਾਂ ਪਹਿਲਾਂ ਡਿਸਕਸ ਕੀਤਾ ਹੈਗਾ, 5 ਲੱਖ ਦੀ ਉਹ ਇੰਸ਼ੋਰੈਂਸ ਰਹੇਗੀ। ਪਰ ਬੰਦਾ ਹੁਣ ਕਹਿੰਦਾ ਨਹੀਂ, ਮੇਰੇ ਕੋਲ ਪ੍ਰੀਮੀਅਮ ਜਿਹੜੇ ਦਿੱਤੇ ਨਹੀਂ ਜਾ ਰਹੇ ਹੈਗੇ, ਅਤੇ ਆਪਾਂ ਉਹਨੂੰ 2-3 ਤਰ੍ਹਾਂ ਦੀ ਆਪਸ਼ਨ ਦਿੰਦੇ ਹਾਂ। ਵੀ ਇੱਕ ਤਾਂ ਆਪਾਂ ਨੂੰ ਇਹ ਆਪਸ਼ਨ ਇਹ ਦੇ ਸਕਦੇ ਹਾਂ ਕਿ ਜਿਹੜਾ $5,000 ਤੇਰਾ 5,875 ਸਾਲ ਦਾ ਪ੍ਰੀਮੀਅਮ ਜਾਂਦਾ, ਆਹ ਤੇਰੇ ਕੋਲ $20,000 ਪਿਆ ਹੈਗਾ, ਇਹਦੇ ਵਿੱਚ ਵੀ 1-2 ਸਾਲ 3 ਸਾਲ ਜਿਹੜਾ ਪ੍ਰੀਮੀਅਮ ਪੇ ਕਰ ਸਕਦਾ ਹੈਗਾ। ਇੱਕ ਤਾਂ ਇਹਦੇ ਕੋਲ ਇਹ ਆਪਸ਼ਨ ਹੋ ਜਾਂਦੀ ਹੈਗੀ ਆ। ਉਹ ਬੰਦਾ ਕਹਿੰਦਾ ਕਿ ਨਹੀਂ, ਮੈਨੂੰ ਤਾਂ ਮੈਂ ਤਾਂ ਪ੍ਰੀਮੀਅਮ ਨਹੀਂ ਦੇ ਸਕਦਾ ਹੈਗਾ ਅਤੇ ਮੈਨੂੰ ਪੈਸੇ ਦੀ ਵੀ ਲੋੜ ਹੈਗੀ ਆ। ਫਿਰ ਅਸੀਂ ਉਹਨੂੰ ਕਹਿੰਦੇ ਜੇ ਤੈਨੂੰ ਪੈਸੇ ਦੀ ਲੋੜ ਹੈ ਫਿਰ ਤੂੰ ਪਾਲਿਸੀ ਨੂੰ ਕੈਂਸਲ ਕਰ ਦੇ ਅਤੇ ਗਰੰਟਿਡ ਕੈਸ਼ ਸਰੈਂਡਰ ਵੈਲਿਊ ਤੈਨੂੰ $20,695 ਮਿਲੇਗੀ। ਵੀ ਤੇਰੇ ਕੋਲ ਇੱਕ ਇਹ ਆਪਸ਼ਨ ਹੈਗੀ ਆ। ਉਹ ਕਹਿੰਦਾ ਵੀ ਮੈਂ ਪ੍ਰੀਮੀਅਮ ਨਹੀਂ ਅੱਗੇ ਤੋਂ ਪੇ ਕਰਨਾ। ਇੱਕ ਬੰਦੇ ਦੀ ਕੰਡੀਸ਼ਨ ਇਹ ਹੋ ਸਕਦੀ ਹੈ ਕਿ ਉਹ ਕਹਿੰਦਾ ਮੈਂ ਅੱਗੇ ਤੋਂ ਪ੍ਰੀਮੀਅਮ ਨਹੀਂ ਪੇ ਕਰਨਾ, ਜਿਹੜੇ ਗਏ ਸੋ ਗਏ, ਅਤੇ ਇਹਦੇ ਅਗੇਂਸਟ ਤੁਸੀਂ ਮੈਨੂੰ ਦੱਸੋ ਕੀ ਹੋ ਸਕਦਾ ਹੈਗਾ। ਅਤੇ ਕੰਪਨੀ ਉਹਨੂੰ ਆਪਸ਼ਨ ਦਿੰਦੀ ਹੈਗੀ ਆ ਕਿ ਤੂੰ ਇੱਦਾਂ ਕਰਕੇ $20,695 ਜਿਹੜੇ ਹੈਗੇ ਨੇ ਉਹ ਸਾਡੇ ਕੋਲ ਹੀ ਰਹਿਣ ਦੇ। ਇਹਦੇ ਅਗੇਂਸਟ ਅਸੀਂ $20,695 ਦੇ ਅਗੇਂਸਟ ਅਸੀਂ ਸਾਰੀ ਉਮਰ ਤੇਰੀ $1,13,088 ਦੀ ਇੰਸ਼ੋਰੈਂਸ ਦੇ ਸਕਦੇ ਹੈਗੇ ਹੋਲ ਲਾਈਫ। ਅੱਗੇ ਇਹ ਵਧਣੀ ਨਹੀਂ ਹੈਗੀ, ਬਸ ਇੰਨੀ ਜਿਹੜੀ ਫਿਕਸ ਰਹਿਣੀ ਹੈਗੀ। ਇਹਨੂੰ ਆਪਾਂ ਕਹਿੰਦੇ ਪੇਡ ਅਪ ਲਾਈਫ ਇੰਸ਼ੋਰੈਂਸ। ਪੇਡ ਅਪ ਲਾਈਫ ਇੰਸ਼ੋਰੈਂਸ ਗਰੰਟਿਡ ਹੈਗੀ ਆ। ਆਹ ਪ੍ਰੀਮੀਅਮ ਬੰਦੇ ਨੇ ਪੇ ਕਰ ਦਿੱਤੇ, ਠੀਕ ਹੈ। ਵੀ ਇਹ ਕੰਪਨੀ ਇਹਨੂੰ ਕਹਿੰਦੇ ਪੇਡ ਅਪ ਦਾ ਮਤਲਬ ਪੇ ਕਰ ਦਿੱਤੇ ਸਾਰੇ ਪ੍ਰੀਮੀਅਮ। ਕਿੰਨੀ ਅਮਾਊਂਟ ਵਾਸਤੇ? ਇੰਨੀ ਵਾਸਤੇ। ਜੋ ਅੱਗੇ ਜਾ ਕੇ ਡਿਸਾਈਡ ਕਰਦਾ ਜਦੋਂ ਉਹਦਾ 40,000 ਹੋ ਜਾਂਦਾ ਅਤੇ ਉਹ ਕੰਪਨੀ ਕਹੇਗੀ ਠੀਕ ਹੈ 40,000 ਦੇ ਅਗੇਂਸਟ ਅਸੀਂ ਤੈਨੂੰ 2,06,000 ਦੀ ਇੰਸ਼ੋਰੈਂਸ ਪੇਡ ਅਪ ਦੇ ਸਕਦੇ ਹੈਗੇ ਆ।
ਜੇ ਉਹ ਬੰਦਾ ਜਿਵੇਂ ਉੱਥੇ ਆ ਰਿਹਾ ਵੀ ਐਕਸਟੈਂਡਡ ਟਰਮ ਇੰਸ਼ੋਰੈਂਸ ਦਾ ਮਤਲਬ ਇਹ ਹੈਗਾ ਕਿ ਬੰਦੇ ਕੋਲ 20,000 ਹੈ, ਉਹ ਬੰਦਾ ਕਹਿੰਦਾ ਕਿ ਨਹੀਂ ਮੈਂ ਤਾਂ ਯਾਰ ਵੀ ਮੈਨੂੰ ਰਿਸਕ ਹੈਗਾ, ਮੈਂ ਤਾਂ 5 ਲੱਖ ਦੀ ਹੀ ਰੱਖਣਾ ਹੈਗੀ। ਫਿਰ ਕੰਪਨੀ ਤੁਹਾਨੂੰ ਇਹ ਵੀ ਕਹਿ ਸਕਦੀ ਹੈ ਵੀ ਟਰਮ ਇੰਸ਼ੋਰੈਂਸ ਜਿਹੜੀ ਹੈਗੀ ਆ ਇਹ ਜੇ ਤਾਂ ਤੂੰ ਹੋਲ ਲਾਈਫ ਲੈਣੀ ਹੈ ਫਿਰ ਤਾਂ ਅਸੀਂ ਤੈਨੂੰ 1,13,000 ਦੀ ਦੇ ਸਕਦੇ ਹਾਂ। ਜੇ ਤੂੰ ਟਰਮ ਇੰਸ਼ੋਰੈਂਸ ਲੈਣੀ ਹੈ ਤਾਂ ਫਿਰ ਅਸੀਂ ਤੈਨੂੰ ਜ਼ਿਆਦਾ ਵੀ, ਜੇ 5 ਲੱਖ ਦੀ ਲੈਣੀ ਹੈ ਹੋ ਸਕਦਾ ਕੰਪਨੀ ਕਹੇਗੀ ਠੀਕ ਹੈ 5 ਲੱਖ ਦੀ ਤੂੰ ਲੈਣੀ ਹੈ, ਅਸੀਂ ਤੈਨੂੰ ਦੇ ਸਕਦੇ ਹੈਗੇ ਹਾਂ ਵੀ 10 ਸਾਲ ਵਾਸਤੇ ਦੇ ਸਕਦੇ ਹੈਗੇ ਹਾਂ ਜਾਂ 12 ਸਾਲ ਵਾਸਤੇ ਦੇ ਸਕਦੇ ਹੈਗੇ ਹਾਂ। ਉਹਨੂੰ ਐਕਸਟੈਂਡਡ ਟਰਮ ਇੰਸ਼ੋਰੈਂਸ ਕਹਿੰਦੇ ਹੈਗੇ ਨੇ। ਸਿੰਪਲ ਹੀ ਹੈ, ਇੱਕ ਦੋ ਵਾਰੀ ਅੱਗੇ ਪਿੱਛੇ ਕਰਕੇ ਦੇਖੋਗੇ ਅਤੇ ਤੁਹਾਨੂੰ ਸਮਝ ਲੱਗ ਜਾਏਗਾ, ਨਾ ਲੱਗੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਅਤੇ ਮੈਂ ਕੋਸ਼ਿਸ਼ ਕਰਾਂਗਾ ਦੁਬਾਰਾ ਸਮਝਾਉਣ 'ਤੇ। तो दोस्तों आस है कि तुहानूं ये चैप्टर जिहड़ा है ये समझ लग गया होएगा। नहीं समझ लग गया तो एक बार फिर वीडियो देख लेना, नहीं तो मैनू कॉल कर लेना या मैसेज कर लेना। तुहाडा बहुत बहुत धन्नवाद। अगले वीडियो दे विच जिहड़ा आपां गल करांगे यूनीवर्सल लाइफ इंश्योरेंस की। थैंक यू।